ਤੱਦਾ ਅਰਧ ਉਰਦ ਨਿਬੇਰਾ ਅਰਦਹ ਉਰਦਹ ਮੰਝ ਬਸੇਰਾ ਅਰਦਹ ਛਾੜ ਉਰਦ ਜੋ ਆਵਾ ਤੋ ਅਰਦਹ ਉਰਦ ਮਿਲਿਆ ਸੁਖ ਪਾਵਾ ਨੰਨਾ ਨਿਸ ਦਿਨ ਨਿਰਖਤ ਜਾਈ ਨਿਰਖਤ ਨੈਣ ਰਹੇ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾ ਤਬ ਲੈ ਨਿਰਖ ਹੈ ਨਿਰਖ ਮਿਲਾਵਾ ਪਪਾ ਅਪਰ ਪਾਰ ਨਹੀਂ ਪਾਵਾ ਪਰਮ ਜੋਤ ਸਿਉ ਪਰਚੋ ਲਾਵਾ ਪਾਂਚੋਂ ਇੰਦਰੀ ਨਿਗ੍ਰਹ ਕਰਈ ਪਾਪ ਪੁੰਨ ਦੋ ਨਿਰਵਰਈ ਫੱਫਾ ਬਿਨ ਫੂਲੈ ਫਲ ਹੋਈ ਤਾਂ ਫਲ ਫੰਕ ਲਖੈ ਜੋ ਕੋਈ ਦੂਣ ਨਾ ਪਰਈ ਫੰਕ ਵਿਚਾਰੈ ਤਾਂ ਫਲ ਫੰਕ ਸਭੈ ਤਨ ਫਾਰੈ ਬੱਬਾ ਬਿੰਦ ਬਿੰਦ ਮਿਲਾਵਾ ਬਿੰਦ ਬਿੰਦ ਨਾ ਵਿਛਰਨ ਪਾਵਾ ਬੰਦੋ ਹੋਏ ਬੰਦਗੀ ਗਹੈ ਬੰਧਕ ਹੋਏ ਬੰਦ ਸੁਧ ਲਹੈ ਬੰਦੋ ਹੋਏ ਬੰਦਗੀ ਗਹੈ ਬੰਧਕ ਹੋਏ ਬੰਧ ਸੁਧ ਲਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਇੱਕ ਵਾਰ ਹੋਰ ਫਤਿਹ ਅਰਜ਼ ਕਰ ਰਿਹਾ। ਕੋਈ ਰਸਨਾ ਵਾਂਝੀ ਨਾ ਰਵੇ। ਸਾਰੇ ਗੱਜ ਕੇ ਪਿਆਰ ਨਾਲ ਸੰਗਾ ਝਾਕਾ ਲਾ ਕੇ ਫਤਿਹ ਗਜਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀਂ ਮਹਾਨ ਪਵਿੱਤਰ ਇਤਿਹਾਸਕ ਸਥਾਨ 'ਤੇ ਬਿਰਾਜਮਾਨ ਯਾਤਰਾ ਕਰ ਰਹੀ ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ,
ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਗੁਰੂ ਚਰਨਾਂ ਵਿੱਚ ਪਹੁੰਚ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਇਸ ਕੀਰਤਨ ਦੀ ਬਾਣੀਕਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਬਚਨਾਂ ਵਿੱਚ ਵੱਖ-ਵੱਖ ਥਾਵਾਂ 'ਤੇ ਜੋ ਉਸਤਤ ਕੀਤੀ ਹੈ, ਕਿਤੇ ਕਲਯੁਗ ਮੈਂ ਕੀਰਤਨ ਪ੍ਰਧਾਨਾ, ਕਿਤੇ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ, ਔਰ ਕਿਤੇ ਕਿਤੇ ਕਿਆ ਭਲੋ ਭਲੋ ਰੇ ਕੀਰਤਨੀਆਂ, ਰਾਮ रमा ਰਾਮਾ ਗੁਣ ਗਾਓ, ਛੋੜ ਮਾਇਆ ਕੇ ਧੰਦ ਸੁਆਓ, ਪਾਂਚ ਬਚਿੱਤਰ ਕਰੈ ਸੰਤੋਖਾਂ, ਸਾਤ ਸੁਰਾਂ ਲੈ ਚਾਲੈ, ਬਾਜਾ ਮਾਣ ਤਾਣ ਤਜ ਤਾਨਾ, ਪਾਉ ਨਾ ਬੀਗਾ ਕਾਲੈ, ਫੇਰੀ ਫੇਰ ਨਾ ਹੋਵੈ ਕਬਹੀ, ਏਕ ਸ਼ਬਦ ਬੰਨ ਪਾਲੈ। ਨਾਲ ਜਾਚ ਦੱਸੀ ਕਿ ਕੀਰਤਨ ਕਰਨ ਵਾਲੇ ਦੀ ਆਈਡੀਓਲੋਜੀ, ਉਹਦੀ ਸੁਰਤੀ, ਉਹਦੀ ਬਿਰਤੀ, ਉਹਦਾ ਲਾਈਫ ਸਟਾਈਲ ਉਹ ਕਿਸ ਪ੍ਰਕਾਰ ਦਾ ਹੋਵੇ। ਸੋ ਆਪ ਜੀ ਨੇ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਸੋ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਸੇਵਾਵਾਂ ਭੇਟਾਵਾਂ ਆਪਣੇ ਦਰ ਪ੍ਰਵਾਨ ਕਰ, ਸਭਨਾਂ ਦੀਆਂ ਸ਼ੁਭ ਮਨੋਭਾਵਨਾਵਾਂ ਮਹਾਰਾਜ ਪੂਰੀਆਂ ਕਰਨ। ਜੋ ਜੀ ਹਜ਼ੂਰ ਦੇ ਦਰ 'ਤੇ ਆਵੇ ਸੋ ਰਾਜੀ ਜਾਵੇ, ਸੁਖ ਹੋਵੇ ਭਾਈ। ਸੋ ਸਾਧ ਸੰਗਤ ਉਪਰੰਤ ਆਪ ਜੀ ਨੇ ਹੁਣੇ ਦਾਸ ਪਾਸੋਂ ਜੋ ਪਾਵਨ ਬਚਨ ਸਰਵਣ ਕੀਤੇ ਹਨ, ਇਹ ਪਾਵਨ ਬਚਨ ਰਾਗ ਗੌੜੀ ਪੂਰਬੀ ਕਬੀਰ ਜੀਓ ਕੀ 52 ਅੱਖਰੀ ਜਿਹੜੀ ਏ, ਉਸ ਦੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 341 ਅਤੇ 342 ਤੇ ਇਹ ਪਵਿੱਤਰ ਸ਼ਬਦ ਦਰਜ ਹਨ ਜੋ ਆਪ ਜੀ ਨੇ ਹੁਣੇ ਸਰਵਣ ਕੀਤੇ ਹਨ। ਸੋ ਆਓ ਅੱਜ ਦੇ ਇਹਨਾਂ ਪਾਵਨ ਬਚਨਾਂ ਵਿੱਚ ਸਾਨੂੰ ਭਗਤ ਕਬੀਰ ਸਾਹਿਬ ਮਹਾਰਾਜ ਨੇ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਪ ਜੀ ਦੇ ਚਰਨਾਂ ਵਿੱਚ ਤੁੱਛ ਬੁੱਧੀ ਅਨੁਸਾਰ 10 ਬੇਨਤੀਆਂ ਪ੍ਰਾਰੰਭ ਕਰੇ। ਉਸ ਤੋਂ ਪਹਿਲਾਂ ਸਾਧ ਸੰਗਤ ਰੋਜ਼ਾਨਾ ਦੀ ਤਰ੍ਹਾਂ ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਇੱਕ ਵਾਰ ਸਾਰੀ ਸੰਗਤ ਕਿਰਪਾ ਕਰੋ ਔਰ ਗੁਰਮੰਤਰ ਦਾ ਉਚਾਰਨ ਕਰਦੇ ਹੋਏ ਆਖੋ ਜੀ ਸਤਨਾਮ ਸ੍ਰੀ, ਫਿਰ ਆਖੋ ਜੀ ਸਤਨਾਮ ਸ੍ਰੀ। ਅੱਜ ਦਾ ਉਪਦੇਸ਼ ਧੱਦਾ ਅੱਖਰ ਜੋ ਪੰਜਾਬੀ ਵਰਨਮਾਲਾ ਦਾ ਹਿੱਸਾ ਹੈ, ਧੱਦਾ ਜੋ ਦੱਦੇ ਤੋਂ ਬਾਅਦ ਆਉਂਦਾ, ਦੱਦਾ ਧੱਦਾ, ਇਸੇ ਪ੍ਰਕਾਰ ਥੱਥਾ ਨਾਣਾ। ਤੋ ਦੱਦੇ ਅੱਖਰ ਤੋਂ ਕਬੀਰ ਸਾਹਿਬ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਾਧ ਸੰਗਤ ਮੈਂ ਅਕਸਰ ਬੇਨਤੀ ਕਰਨਾ ਹੁੰਨਾ ਕਿ ਇਹ ਜੋ ਭਗਤ ਸਾਹਿਬਾਨ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਇਹ ਬਾਣੀ ਮਹਿੰਗੀ ਬਾਣੀ ਹੈ। ਕੀ ਕੋਈ ਬਾਣੀ ਸਸਤੀ ਵੀ ਹੁੰਦੀ ਹੈ? ਨਹੀਂ। ਸੈਂਸ ਕੀਮਤ ਤੋਂ ਨਹੀਂ, ਸੈਂਸ ਇਹ ਹੈ ਵੀ ਜਿਹੜਾ ਸ਼ਬਦ ਟਫ ਹੈ ਨਾ, ਟਫ ਔਖਾ, ਉਹ ਅਸੀਂ ਸਤਿਕਾਰ ਵਜੋਂ ਨਹੀਂ ਵਰਤਦੇ। ਔਖਾ ਸ਼ਬਦ ਦੇ ਬਦਲ ਵਿੱਚ ਮਹਿੰਗਾ ਸ਼ਬਦ ਵਰਤਨੇ ਆ। ਲਿਹਾਜ਼ਾ ਮੇਰੇ ਬੇਨਤੀ ਕਰਨ ਤੋਂ ਇਹ ਮੁਰਾਦ ਹੈ ਵੀ ਜਦੋਂ ਕਿਤੇ ਭਗਤਾਂ ਦੀ ਬਾਣੀ ਦੀ ਵਿਚਾਰ ਸਰਵਣ ਕਰਨੀ ਹੋਵੇ ਤੇ ਥੋੜ੍ਹਾ ਜਿਹਾ ਉਚੇਚਾ ਦਿਮਾਗ ਨੂੰ ਖੁਰਚ ਕੇ ਜ਼ਿਆਦਾ ਧਿਆਨ ਮੰਗਦੀ ਹੈ। ਬਹੁਤ ਸਾਰੇ ਬਚਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਨ੍ਹਾਂ ਨੂੰ ਸਮਝਣ ਲਈ ਬਹੁਤਾ ਜ਼ੋਰ ਨਹੀਂ ਲਾਣਾ ਪੈਂਦਾ, ਦਿਮਾਗ ਦੇ ਉੱਤੇ ਜ਼ੋਰ ਨਹੀਂ ਦੇਣਾ ਪੈਂਦਾ।
पर कुछ बचन ने वो बहुत ज़्यादा तवज्जो मंगते ने। असी 52 अखरी दे कोई शब्द लईए तो बड़े कई सिंपल आए ने पिछे शब्द, गग्गा गुर के बचन पछाना, दूजी बात ना धरी काना, बिल्कुल स्पष्ट है। खखा खोज परै जो कोई, जो खोजै सो बौर ना होई, कोई बहुता टफ नहीं। पर अज वाले बचन थोड़ा जिहा उचेचा ध्यान मंगते ने। तद्दा अर्ध है उर्द मिलावा, तद्दे अखर का उपदेश है, उन्होंने थोड़ी देर लई साइड ते कर दिओ गल समझण लई। अर्ध है उर्द, उर्द कहंदे ने उच्चे नूं। ऊड़ा औंकड़ रारा तद्दा उर्द, उर्द मींज उच्चा। उच्चा कौन है? साध संगत, उच्चा अकाल पुरख है। उच्चा उसका दरबार है, अत ऊंचा तांका दरबारा, अंत नहीं किछ पारा वारा। उसनू किते किते महाराज ने परम निधान भी किया है। तो वो अकाल पुरख वैगुरु बहुत जिहड़ा उच्चा है, जिसनू असी परमात्मा कह लईए, उहदे मुकाबले ते जिहड़ा जीव है उहनू लिखिया अर्ध है। ऐड़ा रारा तद्दा हाहे नुशारी अर्ध है। अर्ध है मैंने अद्धा भी कीते गए ने। सेंस ये है ਜਿਹੜਾ ਵਕਾਰਾਂ ਦੇ ਫੁਰਨਿਆਂ ਕਰਕੇ ਨੀਵਾਂ ਹੋ ਗਿਆ ਹੈ। तो वैगुरु परमात्मा बहुत उच्चा और आत्मा की संगत माड़ी होने करके आत्मा का असला नीवा, क्योंकि कर्मां दे उत्ते डिपेंड करता है। जे कर्म नीवे हो जाण ते आत्मा भी नीवी हो जाती है। जप तप संजम धर्म ना कमाया, सेवा साध ना जानिया, हर राया कहो नानक हम नीच कर्मा। कर्म नीच हो गए साडे, इसलिए हुण शरण परे की राखो शर्मा। तो कबीर साहब महाराज कहते ने भी परमात्मा बहुत उच्चा है और आत्मा जिहड़ी मेरी है वो बड़ी नीवी हो गई है, क्योंकि उन्होंने उहदी संगत नीवे वकारां दी हो गई है। इस वास्ते अर्ध है उर्द नबेरा। हुण जदों नीवी आत्मा परमात्मा विच मिली ते उन्हें की कीता भी उन्हें एक नबेड़ा कर दिता, एक फैसला कर दिता। अर्ध है उर्द है मंझ बसेरा, अर्ध है छाड़ उर्द जो आवा, तो अर्ध है उर्द मिलिया सुख पावा। जदों नीवी आत्मा ने परमात्मा विच वास कीता ते फिर जदों वो वकारां दी बहनी बहन करके जिहड़ी नीच हो गई सी, जदों वो छड्ड के जदों परमात्मा दा संग मिलिया ते फिर अर्ध है छाड़ उर्द जो आवा, तो अर्ध है उर्द मिलिया। तो फिर आत्मा नूं परमात्मा दा मिलाप होया, सुख पावा, आत्मक सुख प्राप्त होया। असल सुख साध संगत दो तीन चीज़ां ने। एक सुख हुंदा है, एक आनंद हुंदा है। एक शब्द असी टेबल टाक च मज़ा भी वरत लैंदे आ। हुण जिहड़ा सुख है ये पदार्थवाद विचों प्राप्त हुंदा है। सुखी ते बंदा पदार्थवादी भी हो जाता है, पर सुख की ये समस्या हुंदी है भी ये सਦੀवी नहीं हुंदा। ਜਿਹੜੇ सुख असी मंगने आ, मैं मंगना वा, तुसी मंगदे हो, खिमा करना, वो सुख मिल भी जाण ते उन्हां सुखां दा जो रिजल्ट है वो दुखां विच तब्दील हो जाता है। कोई भी सुख इस तरह का नहीं जिहदे नाल दुख ना जुड़िया होवे। जां इंज समझ लो भी एक क्वाइन है, सिक्का है, उहदे एक पासे सुख लिखिया है और वो आकाश वाले वो पासा,
ਅਸੀਂ ਸੁੱਖ ਦੇ ਮੁਤਲਾਸ਼ੀ ਸਾਂ ਔਰ ਤੁਰਦਿਆਂ ਤੁਰਦਿਆਂ ਸਾਡੀ ਉਸ ਸਿੱਕੇ ਤੇ ਕੁਆਇਨ ਤੇ ਨਿਗਾਹ ਪਈ, ਉਹਦੇ ਉੱਤੇ ਮੋਟੇ ਅੱਖਰਾਂ 'ਚ ਲਿਖਿਆ ਸੀ ਸੁੱਖ। ਅਸੀਂ ਲਪਕ ਕੇ ਪਕੜ ਲਿਆ ਔਰ ਪੂੰਝ ਕੇ ਉਹਨੂੰ ਬੜੇ ਆਰਾਮ ਨਾਲ, ਮੈਨੂੰ ਸੁੱਖ ਮਿਲ ਗਿਆ। ਪਰ ਜਦੋਂ ਉਹਦਾ ਦੂਸਰਾ ਪਹਿਲੂ ਦੇਖਿਆ, ਓਡੇ ਹੀ ਮੋਟੇ ਅੱਖਰਾਂ 'ਚ ਲਿਖਿਆ ਸੀ ਦੁੱਖ। ਸੁਖ ਮੰਗਤ ਦੁੱਖ ਆਗੇ ਆਵੇ, ਸੋ ਸੁਖ ਹਮਹੂ ਨਾ ਮੰਗਿਆ ਪਾਵੇ। ਮੈਂ ਜਿਹੜੇ ਜਿਹੜੇ ਸੁੱਖ ਮੰਗਣਾ ਉਹਦੇ ਚੋਂ ਥੋੜਾ ਜਿਹਾ ਸੁੱਖ ਮਿਲਦਾ ਹੈ, ਪਰ ਫਿਰ ਉਹਦੇ ਵਿੱਚੋਂ ਇੱਕ ਬੜੀ ਲੰਬੀ ਦੁੱਖਾਂ ਦੀ ਦਾਸਤਾਨ ਸ਼ੁਰੂ ਹੋ ਜਾਂਦੀ ਹੈ, ਉਹ ਮੁੱਕਣ 'ਚ ਹੀ ਨਹੀਂ ਆਉਂਦੀ। ਇਸ ਵਾਸਤੇ ਉਹ ਸੁੱਖ ਜਿਹੜੇ ਸੁੱਖਾਂ ਦੇ ਤੋਂ ਬਾਅਦ ਬਹੁਤ ਭਾਰੀ ਦੁੱਖ ਮਿਲਦੇ ਨੇ, ਭਾਈ ਉਹ ਦੁੱਖ ਮੈਨੂੰ ਚੰਗੇ ਨਹੀਂ ਲੱਗਦੇ, ਉਹ ਸੁੱਖ ਮੈਂ ਨਹੀਂ ਚਾਹੁੰਦਾ, ਮੈਂ ਉਹਨਾਂ ਸੁੱਖਾਂ ਦਾ ਮੁਤਲਾਸ਼ੀ ਨਹੀਂ ਹਾਂ। ਸੁਖ ਮੰਗਤ ਦੁੱਖ ਆਗੇ ਆਵੇ, ਸੋ ਸੁਖ ਹਾਮੂ ਨਾ ਮੰਗਿਆ ਭਾਵੇ। ਵਿਖਿਆ ਅਜੂ ਸੁਰਤ ਸੁਖ ਆਸਾ, ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਇੱਕ ਸਧਾਰਨ ਸੁੱਖ ਹੈ ਜੋ ਪਦਾਰਥਾਂ ਚੋਂ ਮਿਲਦਾ ਹੈ, ਔਰ ਇੱਕ ਸਾਧ ਸੰਗਤ ਮਜ਼ਾ ਹੈ, ਉਹ ਵੀ ਇਹਦਾ ਪ੍ਰੈਵਾਚੀ ਹੈ, ਉਹ ਕੋਈ ਬਹੁਤ ਜ਼ਿਆਦਾ ਵਧੀਆ ਚੀਜ਼ ਨਹੀਂ। ਇੱਕ ਸ਼ਬਦ ਅਧਿਆਤਮਕਵਾਦੀ ਵਰਤਦੇ ਨੇ, ਗੁਰੂ ਸਾਹਿਬਾਨ ਵਰਤਦੇ ਨੇ, ਉਹ ਸ਼ਬਦ ਹੈ ਆਨੰਦ। ਔਰ ਉਹ ਆਨੰਦ ਨੂੰ ਮਹਾਰਾਜ ਕਹਿੰਦੇ ਸੁੱਖ ਦੀ ਥਾਂ ਤੇ ਨਾ ਵਰਤਿਆ ਕਰੋ। ਬਾਣੀ ਵਿੱਚ ਮਹਾਰਾਜ ਨੇ ਇੱਕ ਥਾਂ ਮਨਾ ਕੀਤਾ ਹੈ ਵੀ ਸੁੱਖ ਦੀ ਥਾਂ ਤੇ ਆਨੰਦ ਸ਼ਬਦ ਨਾ ਵਰਤਿਆ ਕਰੋ। ਜਦੋਂ ਆਨੰਦ ਆਵੇ ਉਦੋਂ ਹੀ ਕਿਹਾ ਕਰੋ ਵੀ ਆਨੰਦ ਆਇਆ। ਮਹਾਰਾਜ ਅਸੀਂ ਕਿੱਥੇ ਵਰਤਿਆ? ਹਜ਼ੂਰ ਕਹਿੰਦੇ ਤੁਸੀਂ ਤੇ ਨਿਤ ਵਰਤਦੇ ਹੋ। ਆਨੰਦ ਦੇ ਤੇ ਤੁਸੀਂ ਅਜੇ ਦਰਸ਼ਨ ਹੀ ਨਹੀਂ ਕੀਤੇ, ਔਰ ਤੁਸੀਂ ਕਹੀ ਜਾਂਦੇ ਹੋ ਜੀ ਆਨੰਦ ਹੈ, ਜੀ ਆਨੰਦ ਹੈ। ਰੋਜ਼ ਪੜ੍ਹਦੇ ਹੋ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹਿ ਨਾਨਕ ਇਹ ਆਨੰਦ ਹੈ, ਇਹ ਆਨੰਦ ਹੈ, ਉਹ ਆਨੰਦ ਨਹੀਂ ਹੈ। ਆਨੰਦ ਗੁਰੂ ਤੇ ਜਾਣਿਆ। ਜੁੜੇ ਰਿਹਾ ਜੇ। ਅਖੀਰ ਚ ਹਜ਼ੂਰ ਇਸ ਧੱਦੇ ਅੱਖਰ ਤੋਂ ਕਹਿੰਦੇ ਨੇ ਜੋ ਅਰਧ ਹੈ ਉਰਧ ਮਿਲਿਆ। ਜਦੋਂ ਨੀਵਾਂ ਉੱਚੇ ਨੂੰ ਮਿਲ ਗਿਆ, ਆਤਮਾ ਪ੍ਰਮਾਤਮਾ ਨੂੰ ਮਿਲ ਗਈ, ਫਿਰ ਉਹ ਅਵਸਥਾ ਬਣ ਗਈ। ਨੰਨਾ ਨਿਸ ਦਿਨ ਨਿਰਖਤ ਜਾਈ, ਨਿਰਖਤ ਨੈਣ ਰਹੇ ਰਤਵਾਈ। ਨਿਰਖਤ ਨਿਰਖਤ ਜਬ ਜਾਏ ਪਾਵਾ, ਤਬ ਲੈ ਨਿਰਖੈ ਨਿਰਖ ਮਲਾਵਾ। ਨੰਨੇ ਅੱਖਰ ਤੋਂ ਉਪਦੇਸ਼। ਨਿਸ ਦਿਨ ਨਿਰਖਤ ਜਾਈ, ਨਿਸ ਮੈਨੇ ਰਾਤ, ਦਿਨ ਮੈਨੇ ਭਾਵ ਸਪਸ਼ਟ ਹੈ। ਜਿਹੜਾ ਵਿਅਕਤੀ, ਜਿਹੜਾ ਜਗਿਆਸੂ, ਜਿਹੜਾ ਪ੍ਰੇਮੀ, ਜਿਹੜਾ ਸ਼ਰਧਾਲੂ ਰਾਤ ਨੂੰ ਵੀ ਉਹਦੇ ਦਰਸ਼ਨਾਂ ਦੀ ਤਾਂਘ ਰੱਖਦਾ ਹੈ, ਔਰ ਦਿਨੇ ਵੀ ਇਹੀ ਮੁਤਲਾਸ਼ੀ ਹੁੰਦਾ ਵੀ ਮੈਨੂੰ ਪ੍ਰਮਾਤਮਾ ਦੇ ਦੀਦਾਰ ਹੋ ਜਾਣ, ਉਹਨੂੰ ਹੋ ਜਾਂਦੇ ਨੇ। ਅਸਲ ਵਜ੍ਹਾ ਪਤਾ ਕੀ ਹੈ? ਜਿਤਨੀ ਸ਼ਿੱਦਤ ਨਾਲ ਅਸੀਂ ਬਾਕੀ ਚੀਜ਼ਾਂ ਵਾਸਤੇ ਤਰੱਦਤ ਕਰਨੇ ਆ, ਉਨੀ ਸ਼ਿੱਦਤ ਪ੍ਰਮਾਤਮਾ ਵਾਸਤੇ ਹੁੰਦੀ ਹੋਈ ਨਹੀਂ ਗੀ। ਕਿਉਂਕਿ ਹਜ਼ੂਰ ਨੇ ਤੇ ਸਾਨੂੰ ਇਹ ਗਰੰਟੀ ਦਿੱਤੀ ਹੈ ਵੀ ਸਾਈ ਵਸਤ ਪ੍ਰਾਪਤ ਹੋਈ, ਜਿਸ ਛੇਤੀ ਚਿੱਤ ਲਾਇਆ। ਚਿੱਤ ਪਰਤ ਪਰਤ ਕੇ ਕਿੱਧਰ ਜਾਂਦਾ ਹੈ? ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ। ਹਰ ਦਮ ਦੇ ਨਾਲ ਸਾਡੀ ਮੰਗ ਜਿਹੜੀ ਹੈ ਉਹ ਨਵੀਂ ਮੰਗ ਖੜੀ ਹੁੰਦੀ ਹੈ, ਔਰ ਤੁਸੀਂ ਵੇਖੋ ਉਹ ਪੂਰੀਆਂ ਹੁੰਦੀਆਂ ਨੇ। ਤੁਸੀਂ ਜਿਤਨੇ ਕੁ ਸਰੀਰ ਸੰਗਤ ਵਿੱਚ ਬੈਠੇ ਹੋ, ਤੁਸੀਂ ਆਪਣੀ ਬੈਕਗਰਾਉਂਡ ਦੇ ਉੱਤੇ ਇੱਕ ਪੰਛੀ ਝਾਤ ਮਾਰ ਕੇ ਦੇਖ ਲਓ। ਅਸੀਂ ਕਿੱਥੋਂ ਯਾਤਰਾ ਸ਼ੁਰੂ ਕੀਤੀ, ਸਾਡਾ ਲਿਵਿੰਗ ਸਟੈਂਡਰਡ ਕਿੱਦਾਂ ਦਾ ਸੀ, ਅਸੀਂ ਫਾਈਨੈਂਸ਼ਲੀ ਸਾਡੀ ਜਿਹੜੀ ਸਿਚੁਏਸ਼ਨ ਸੀ ਉਹ ਕੀ ਸੀ। ਮੇਰਾ ਇਹ ਮੰਨਣਾ ਹੈ ਵੀ ਬਹੁਤ ਘੱਟ ਕੇਸਿਜ ਨੂੰ ਛੱਡ ਕੇ ਸਾਡਾ ਸਾਰਿਆਂ ਦਾ ਹੀ ਉਹ ਗਰੋਥ ਹੋਈ ਹੈ, ਪਰ ਉਹ ਲੱਗਦੀ ਹੋਈ ਨਹੀਂ ਵੀ ਹੋਈ ਹੈ। ਕਿਉਂ? ਕਿਉਂਕਿ ਤ੍ਰਿਸ਼ਨਾ ਹੋਰ ਅੱਗੇ ਛੜੱਪਾ ਮਾਰ ਜਾਂਦੀ ਹੈ, ਇਹਦੀਆਂ ਨਵੀਆਂ ਡਿਮਾਂਡਾਂ ਅੱਗੇ ਆ ਜਾਂਦੀਆਂ ਨੇ। ਮਿਲਿਆ ਬਹੁਤ ਕੁਛ ਹੈ। ਮੈਂ ਜਦੋਂ ਇੱਥੇ ਆਇਆ ਸਾਂ ਲੁਧਿਆਣੇ, ਮੈਨੂੰ ਡਾਢਾ ਚੇਤਾ ਹੈ, ਮੇਰੇ ਕੋਲ ਇੱਕ ਲੋਹੇ ਦਾ ਟਰੰਕ ਸੀ। ਲੋਹੇ ਦੇ ਟਰੰਕ ਉਦੋਂ ਹੁੰਦੇ ਸਨ 1991 'ਚ।
ਗੁਰਦੁਆਰਾ ਸੀਸਗੰਜ ਸਾਹਿਬ ਤੋਂ ਮੈਂ ਰਿਜ਼ਾਈਨ ਕਰਕੇ ਤੇ ਇੱਥੇ ਸਭ ਤੋਂ ਪਹਿਲਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸੇਵਾ ਸ਼ੁਰੂ ਕੀਤੀ ਸੀ। ਔਰ ਮੈਨੂੰ ਡਾਢਾ ਚੇਤਾ ਇੱਕ ਟਰੰਕ ਸੀ, ਸਿਰਫ ਇੱਕ ਟਰੰਕ ਸੀ, ਇੱਕ ਜੋੜੀ ਕੱਪੜੇ ਪਾਏ ਸਨ ਔਰ 2 ਜੋੜੀ ਕੱਪੜੇ ਉਹਦੇ ਵਿੱਚ ਸਨ, ਔਰ ਜੇਬ ਖਰਚੀ ਨਹੀਂ ਸੀ। ਮਹੀਨੇ ਬਾਅਦ ਉੱਥੋਂ ਮੈਸੇਜ ਆਇਆ ਵੀ ਤੁਹਾਡਾ GPF ਫੰਡ ਜਿਹੜਾ ਹੈ ਉਹ ਪਿਆ ਹੈ ਤੇ ਉਹ ਤੁਸੀਂ ਆ ਕੇ ਲੈ ਜਾਓ, ਔਰ ਫਿਰ ਖਰਚਾ ਪੱਠਾ ਸ਼ੁਰੂ ਹੋਇਆ। ਤਾਂ ਸਾਡਾ ਕਰੀਬ ਸਾਰਿਆਂ ਦਾ ਹੀ ਇਹ ਹਾਲ ਸੀ। ਪਰ ਹੁੰਦਾ ਕੀ ਹੈ, ਆਤਮ ਮੰਥਨ ਕਰਿਆ ਜੇ। ਬੇਨਤੀ ਸੁਣਾਉਣ ਤੋਂ ਮੇਰੀ ਮੁਰਾਦ ਕੀ ਹੈ, ਹੁੰਦਾ ਕੀ ਹੈ ਵੀ ਉਹ ਸਾਰੀ ਬੈਕਗਰਾਉਂਡ ਅਸੀਂ ਇੱਕ ਝਟਕੇ ਨਾਲ ਭੁੱਲ ਜਾਂਦੇ ਹਾਂ। ਜੋ ਨਹੀਂ ਸੀ ਉਹ ਮਿਲ ਗਿਆ, ਪਰ ਹੁਣ ਜੋ ਮਿਲ ਗਿਆ ਉਧਰੋਂ ਧਿਆਨ ਹਟ ਗਿਆ, ਔਰ ਜੋ ਅਜੇ ਵੀ ਨਹੀਂ ਮਿਲਿਆ ਸੁਰਤ ਉਸ ਪਾਸੇ ਚਲੀ ਜਾਂਦੀ ਹੈ। ਵਿਡੰਬਣਾ ਤੇ ਇਹ ਹੈ ਵੀ ਜੋ ਨਹੀਂ, ਜਿੱਧਰ ਸੁਰਤ ਜਾਂਦੀ ਹੈ, ਜੇ ਉਹ ਮਿਲ ਗਿਆ ਨਾ ਤੇ ਫਿਰ ਸੁਰਤ ਹੋਰ ਉਦੋਂ ਅੱਗੇ ਚਲੀ ਜਾਣੀ ਹੈ, ਔਰ ਇਹਦਾ ਕੋਈ ਅੰਤ ਨਹੀਂਗਾ। ਜਿਹੜਾ ਸਾਡੀਆਂ ਤ੍ਰਿਸ਼ਨਾਲੂ ਅੱਖਾਂ ਨੇ ਨਾ, ਇਹ 2 ਚੀਜ਼ਾਂ ਨਾਲ ਭਰੀਆਂ ਜਾ ਸਕਦੀਆਂ ਨੇ, ਇੱਕ ਕਬਰ ਦੀ ਮਿੱਟੀ ਨਾਲ ਔਰ ਦੂਸਰਾ ਸੰਤੋਖ ਨਾਲ। ਤੀਸਰਾ ਕੋਈ ਸੋਲੂਸ਼ਨ ਨਹੀਂ ਹੈ। ਸੰਤੋਖ ਹੀ ਇਹਦਾ ਸੋਲੂਸ਼ਨ ਹੈ। ਤੋ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਵੀ ਜਦੋਂ ਸਾਡੀ ਵਿਲ ਦਰਸ਼ਨਾਂ ਦੀ ਹੋਵੇ, ਦਰਸ਼ਨ ਹੋਣਗੇ। ਅਜੇ ਵਿਲ ਤੇ ਦੂਜੇ ਪਾਸੇ ਨਹੀਂ ਮੁੱਕੀ, ਚਾਹ ਦੂਜੇ ਪਾਸੇ ਜਾਦੀ ਹੈ। ਔਰ ਅਸੀਂ ਆਪਾਂ ਆਮ ਟੇਬਲ ਟਾਕ 'ਚ ਕਹਿ ਦਿੰਦੇ ਹਾਂ ਹੁਣ ਧੀਆਂ ਪੁੱਤਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਨਿਭਾ ਲਈਆਂ, ਹੁਣ ਫਿਰ ਪੋਤਰੇ ਪੋਤਰੀਆਂ, ਦੋਤਰੇ ਦੋਤਰੀਆਂ, ਔਰ ਫਿਰ ਆਪ ਹੀ ਕਹਿ ਦਿੰਦੇ ਹਾਂ ਵੇਖੋ ਜੀ ਮੂਲ ਨਾਲੋਂ ਵਿਆਜ ਪਿਆਰੀ ਹੁੰਦੀ ਹੈ, ਤੂੰ ਕਰ ਪਿਆਰੀ। ਸਭ ਕੁਛ ਆਪਣਾ, ਇੱਕ ਰਾਮ ਪਰਾਇਆ, ਤੇਰੇ ਸਾਰੇ ਆਪਣੇ ਨੇ, ਪੋਤਰਾ ਪੋਤਰੀ, ਦੋਤਰਾ ਦੋਤਰੀ, ਧੀਆਂ ਪੁੱਤਰ, ਜਵਾਈ ਇਤਿਆਦ। ਪਰ ਪਰਮਾਤਮਾ ਨੂੰ ਕਿਉਂ ਪਰਾਇਆ ਸਮਝਣਾ? ਤੂੰ ਸਾਰਿਆਂ ਨੂੰ ਆਪਣਾ ਸਮਝਣਾ ਹੈ, ਆਪਣਾ ਬਣਾ ਲਿਆ, ਔਰ ਜਿਹੜਾ ਤੇਰਾ ਆਪਣਾ ਹੈ, ਵਾਸਤਵ 'ਚ ਆਪਣਾ ਹੈ, ਉਹਨੂੰ ਵੀ ਆਪਣਾ ਬਣਾ। ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਮੈਂ ਅਰਜ਼ ਕਰ ਰਿਹਾ ਸਾਂ, ਨਿਸ ਦਿਨ ਨਿਰਖਤ ਜਾਈ, ਜਿਹੜੇ ਦਿਨੇ ਵੀ ਉਹਨੂੰ ਤੱਕਦੇ ਨੇ, ਰਾਤ ਨੂੰ ਵੀ ਉਹਨੂੰ ਤੱਕਦੇ ਨੇ, ਔਰ ਨਿਰਖਤ ਨੈਣ ਰਹੇ ਰਤਵਾਈ। ਸਾਧ ਸੰਗਤ, ਦੇਖਦਿਆਂ ਦੇਖਦਿਆਂ ਜਿਹੜੀਆਂ ਅੱਖਾਂ ਨੇ ਨਾ, ਉਹ ਰਤਵਾਈ ਮੈਨੇ ਪਿਆਰ ਵਿੱਚ ਭਿੱਜ ਗਈਆਂ ਪਰਮਾਤਮਾ ਦੇ ਵਿੱਚ। ਜਿਸ ਤਰ੍ਹਾਂ ਆਪਾਂ ਪਿੱਛੇ ਇੱਕ ਸ਼ਬਦ ਵਿਆਖਿਆ ਸਮਝਾ ਕੇ ਆਏ ਹਾਂ, ਕਬੀਰ ਸਾਹਿਬ ਨੇ ਉੱਥੇ ਬਖਸ਼ਿਸ਼ ਕੀਤੀ ਸੀ, ਪੰਥ ਨਿਹਾਰੈ ਕਾਮਣੀ ਲੋਚਨ ਭਰੀ ਲੈ ਉਸਾਸਾ, ਔਰ ਨਾ ਭੀਜੈ ਪੱਗ ਨਾ ਖੀਸੈ, ਚੂੰਕਿ ਹਰ ਦਰਸ਼ਨ ਕੀ ਆਸਾ। ਉਡੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਕਹੋ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ, ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ। ਉੱਥੇ ਕਬੀਰ ਸਾਹਿਬ ਨੇ ਕਿਹਾ ਸੀ ਵੀ ਕਿਸੇ ਸੱਜ ਵਿਆਹੀ ਲੜਕੀ ਦਾ ਪਤੀ ਪ੍ਰਦੇਸ਼ ਗਿਆ ਹੋਵੇ, ਹੁਣ ਵਰਗੇ ਸਾਧਨ ਤੇ ਨਹੀਂ ਸਨ ਨਾ ਵੀ ਪ੍ਰਦੇਸ਼ 'ਚ ਗੱਲ ਹੋ ਸਕੇ, ਤਾਂ ਉਹ ਫਿਰ ਕੀ ਕਰਦੀ? ਉਹ ਪਤੀ ਦਾ ਰਾਹ ਤੱਕਦੀ। ਕਿੰਨੇ ਪਸ਼ੂ ਚਾਰਨ ਵਾਲੇ ਪਾਲੀ ਕੋਲੋਂ ਪਸ਼ੂ ਲੈ ਕੇ ਲੰਘ ਗਏ, ਪੱਠੇ ਲਿਆਉਣ ਵਾਲੇ ਗੱਡੇ ਲੈ ਕੇ ਲੰਘ ਗਏ, ਰਾਹਗੀਰ ਕਾਰੋਬਾਰ ਕਰਨ ਵਾਲੇ ਲੰਘ ਗਏ ਸਵੇਰੇ, ਔਰ ਸਾਰੀ ਸਵੇਰ ਲੰਘ ਗਈ, ਪੱਤੇ ਵਾਲਾ ਹੋ ਗਿਆ, ਦੁਪਹਿਰ ਹੋ ਗਈ, ਸ਼ਾਮ ਹੋ ਗਈ, ਲੋਕੀ ਘਰਾਂ ਨੂੰ ਮੁੜੇ, ਉਹ ਅਜੇ ਵੀ ਉੱਥੇ ਹੀ ਖੜੀ ਸੀ। ਔਰ ਨਾ ਭੀਜੈ ਪੱਗ ਨਾ ਖੀਸੈ, ਨਾ ਉਹਦੇ ਪੈਰ ਥੱਕੇ, ਨਾ ਉਹਦਾ ਹਿਰਦਾ ਭਰਿਆ, ਔਰ ਉੱਥੇ ਹੀ ਖੜੀ, ਅਜੇ ਵੀ ਉੱਥੇ ਹੀ ਖੜੀ। ਕਿਉਂਕਿ ਹਰ ਦਰਸ਼ਨ ਕੀ ਆਸਾ, ਉਹਦੇ ਅੰਦਰ ਹਰੀ ਦਰਸ਼ਨਾਂ ਦੀ ਤਾਂਘ ਹੈ। ਉਹ ਔਂਸੀਆਂ ਪਾਉਂਦੀ ਏ, ਕਾਂ ਉਡਾਉਂਦੀ ਏ, ਉਡੋ ਨਾ ਕਾਗਾ ਕਾਰੇ, ਔਰ ਕਹਿੰਦੀ ਏ ਬੇਗ ਮਲੀਜੈ ਆਪਣੇ ਰਾਮ ਪਿਆਰੇ। ਹਜ਼ੂਰ ਕਹਿੰਦੇ ਨੇ ਇਸ ਤਰ੍ਹਾਂ ਅੰਦਰ ਇੱਕ ਤਾਂਘ ਲੱਗ ਜਾਂਦੀ ਏ, ਨਿਰਖਤ ਨੈਣ ਰਹੇ ਰਤਵਾਈ। ਹਰ ਵਕਤ ਅੱਖਾਂ ਜਿਹੜੀਆਂ ਨੇ ਉਹ ਪਿਆਰ ਵਿੱਚ ਭਿੱਜੀਆਂ ਰਹਿੰਦੀਆਂ ਨੇ, ਉਡੀਕ ਕਰਦੀਆਂ ਰਹਿੰਦੀਆਂ ਨੇ, ਉਗੜੀਆਂ ਰਹਿੰਦੀਆਂ ਨੇ। ਔਰ ਫਰੀਦ ਸਾਹਿਬ ਇੱਕ ਥਾਂ ਤੇ ਕਹਿੰਦੇ ਨੇ ਨਾ ਵੀ ਦਰਸ਼ਨ ਬੰਦ ਅੱਖਾਂ ਵਾਲੇ ਨੂੰ ਤਾਂ ਕੋਈ ਨਹੀਂ ਹੁੰਦੇ,
ਤੇ ਖੋਲਣੀਆਂ ਪੈਂਦੀਆਂ ਨੇ। ਮਾਫ ਕਰਨਾ, ਬੰਦ ਅੱਖਾਂ ਨਾਲ ਕੀ ਦੇਖੋਗੇ? ਉਹ ਕਹਿੰਦੇ ਨੇ ਜਿਨ੍ਹਾਂ ਨੈਣ ਨਿੰਦਰਾਵਲੇ, ਸੁੱਤਾ ਹੀ ਰਵੇ ਬੰਦਾ, ਪਲਕਾਂ ਥੱਲੇ ਨੂੰ ਹੀ ਹੋਣ, ਢੱਕੀਆਂ ਹੀ ਹੋਣ, ਤੇ ਉੱਤੇ ਸਾਹਮਣੇ ਵੀ ਆ ਕੇ ਖੜਾ ਹੋ ਜਾਏ ਤਾਂ ਵੀ ਨਹੀਂ ਦਿਸਣਾ। ਇਸ ਲਈ ਰਾਤ ਕਥੂਰੀ ਵੰਡੀ ਹੈ, ਤਾਰਿਆਂ ਦੀ ਛਾਵੇਂ ਜਾਗ ਜਾਇਆ ਕਰ। ਤਾਰਿਆਂ ਦੀ ਛਾਵੇਂ ਆਊਟਪੁੱਟ ਜ਼ਿਆਦਾ ਹੁੰਦੀ ਆ, ਸੂਰਜ ਦੀਆਂ ਕਿਰਨਾਂ ਦੇ ਮੁਕਾਬਲੇ ਅਧਿਆਤਮਕ ਪੱਖੋਂ ਤਾਰਿਆਂ ਦੀ ਛਾਵੇਂ ਆਊਟਪੁੱਟ ਜ਼ਿਆਦਾ ਹੁੰਦੀ ਹੈ। ਇਸ ਲਈ ਫਰੀਦਾ ਰਾਤ ਕਥੂਰੀ ਵੰਡੀਏ, ਸੁੱਤਿਆਂ ਮਿਲੈ ਨਾ ਪਾਓ, ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾ ਮਿਲਣ ਕਵਾਓ। ਬਹੁਤ ਜ਼ਿਆਦਾ ਸੋਤੜ ਵਿਅਕਤੀ ਵਾਂਝੇ ਰਹਿ ਜਾਂਦੇ ਨੇ। ਨਿਰਖਤ ਨੈਣ ਰਹੇ ਰਤਵਾਈ, ਨਿਰਖਤ ਨਿਰਖਤ ਜਬ ਜਾਏ ਪਾਵਾ, ਤਬ ਲੈ ਨਿਰਖੈ ਨਿਰਖ ਮਿਲਾਵਾ। ਜਦੋਂ ਦੇਖਦਿਆਂ ਦੇਖਦਿਆਂ ਉਹਦੇ ਦੀਦਾਰ ਹੋ ਗਏ, ਤਬ ਲੈ ਨਿਰਖੈ ਨਿਰਖ ਮਿਲਾਵਾ, ਫਿਰ ਜਾ ਕੇ ਉਹ ਵੇਖਣ ਵਾਲੇ ਨੂੰ ਉਹਦੇ ਵਿੱਚ ਅਭੇਦਤਾ ਪ੍ਰਾਪਤ ਹੁੰਦੀ ਹੈ। ਪੱਪਾ ਅਪਰ ਪਾਰ ਨਹੀਂ ਪਾਵਾ, ਪੰਚ ਜੋਤ ਸਿਉ ਪਰਮ ਜੋਤ ਸਿਉ ਪਰਚੋ ਲਾਵਾ। ਵਾਹਿਗੁਰੂ ਦਾ ਕੋਈ ਅੰਤ ਨਹੀਂ ਪਾ ਸਕਦਾ। ਇਹ ਗੱਲ ਕਿਉਂ ਵਾਰ-ਵਾਰ ਬਾਣੀਕਾਰ ਲਿਖਦੇ ਨੇ? ਜਦੋਂ ਕੋਈ ਵੀ ਅੰਗ ਸ਼ੁਰੂ ਹੁੰਦਾ ਹੈ ਸਾਧ ਸੰਗਤ, ਤੋ ਕਿਤੇ ਨਾ ਕਿਤੇ ਇਸ਼ਾਰੇ ਮਾਤਰ ਜ਼ਰੂਰ ਬਾਣੀਕਾਰ ਇਸ਼ਾਰਾ ਕਰ ਜਾਂਦੇ ਨੇ ਵੀ ਉਸ ਦਾ ਕੋਈ ਅੰਤ ਨਹੀਂ ਪਾ ਸਕਦਾ। ਉਹਦੀ ਵਜ੍ਹਾ ਇਹ ਸੀ, ਰੂਹੇ ਜ਼ਮੀਨ ਤੇ ਇੱਕ ਦੌਰ ਇਹ ਵੀ ਚੱਲਿਆ, ਕਈ ਇਸ ਤਰ੍ਹਾਂ ਦੇ ਸਾਧਕ ਸਨ, ਸਿੱਧ ਸਨ, ਉਹ ਇਸ ਪਾਸੇ ਚੱਲ ਪਏ ਵੀ ਪਰਮਾਤਮਾ ਦਾ ਅੰਤ ਪਾਣਾ ਹੈ। ਅਸੀਂ ਇਹ ਦੇਖਣਾ ਵੀ ਉਹ ਕਿਤਨਾ ਕੁ ਵੱਡਾ ਹੈ, ਕਿਤਨਾ ਕੁ ਵਿਸ਼ਾਲ ਹੈ। ਬਾਣੀਕਾਰਾਂ ਨੇ ਸਾਨੂੰ ਵਾਰ-ਵਾਰ ਖਬਰਦਾਰ ਕੀਤਾ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਵਾਸਤੇ ਉਸ ਨੂੰ ਜਪ ਜਪ ਕੇ ਉਹਦੇ ਵਿੱਚ ਅਭੇਦ ਹੋਇਆ ਜਾ ਸਕਦਾ ਹੈ, ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਪੱਪਾ ਅਪਰ ਪਾਰ ਨਹੀਂ ਪਾਵਾਂ, ਪਰਮ ਜੋਤ ਸਿਉ ਪਰਚੋ ਲਾਵਾਂ। ਪਰਮ ਜੋਤ ਜਿਹੜੀ ਹੈ, ਸਭ ਤੋਂ ਵੱਡੀ ਜੋਤ ਜਿਹੜੀ ਹੈ, ਜਿਸ ਨੂੰ ਅਸੀਂ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ ਕਹਿ ਕੇ ਸਨਮਾਨਦੇ ਹਾਂ। ਉਹ ਜਿਹੜੀ ਪਰਮ ਜੋਤ ਹੈ, ਉਹਦੇ ਨਾਲ ਪਰਚੋ ਲਾਵਾ, ਉਹ ਉਹਦੇ ਨਾਲ ਪਿਆਰ ਪਾਉਂਦਾ ਹੈ, ਉਹਦੇ ਨਾਲ ਜਾਣ ਪਛਾਣ ਬਣਾਉਂਦਾ ਹੈ। ਔਰ ਪਾਂਚੋਂ ਇੰਦਰੀ ਨਿਗ੍ਰਹਿ ਕਰੀ, ਫਿਰ ਉਹ ਆਪਣੇ ਸਾਰੇ ਗਿਆਨ ਇੰਦਰੀਆਂ ਨੂੰ, ਕਰਮ ਇੰਦਰੀਆਂ ਨੂੰ ਚੰਗੀ ਤਰ੍ਹਾਂ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ। ਸਤਸੰਗ ਗ੍ਰਹਿ ਹੁੰਦਾ ਹੈ, ਗੱਗੇ ਪੈਰ ਰਾਰਾ ਹਾਹਾ, ਗ੍ਰਹਿ ਮੈਨੇ ਪਕੜਨਾ। ਔਰ ਗੇਤਰ ਨੰਨੇ ਨੂੰ ਹੁਸ਼ਿਆਰੀ ਪਾ ਕੇ ਜਿਹੜਾ ਨੇ ਪਾਇਆ ਜਾਂਦਾ ਹੈ, ਉਹਦੇ ਅਰਥ ਕੀਤੇ ਨੇ ਵਿਦਵਾਨਾਂ ਨੇ ਚੰਗੀ ਤਰ੍ਹਾਂ ਪਕੜਨਾ, ਕੁੱਟ ਕੇ ਪਕੜਨਾ, ਯਾਨੀ ਮੁਕੰਮਲ ਕਾਬੂ ਕਰਨਾ। ਪਾਂਚੋਂ ਇੰਦਰੀ ਕੰਨ, ਅੱਖ, ਨਾਸਕਾ, ਰਸਨਾ ਤੇ ਤਵਚਾ, ਇਹ ਸਾਡੇ ਗਿਆਨ ਇੰਦਰੀ ਨੇ। ਇਹਨਾਂ ਰਾਹੀਂ ਦਿਮਾਗ ਨੂੰ ਗਿਆਨ ਮਿਲਦਾ ਹੈ। ਕੰਨ ਨਾਲ ਸੁਣ ਕੇ ਬੰਦਾ ਕਹਿੰਦਾ ਵੀ ਇਹ ਆਵਾਜ਼ ਪਹਿਲਾਂ ਸੁਣੀ ਹੋਈ ਹੈ। ਅੱਖ ਨਾਲ ਵੇਖ ਕੇ ਕਹਿੰਦੇ ਆ ਵੀ ਇਹ ਬੰਦਾ ਮੈਂ ਪਹਿਲਾਂ ਵੀ ਕਿਤੇ ਵੇਖਿਆ। ਤੋ ਇਸੇ ਤਰ੍ਹਾਂ ਬਾਕੀ ਇੰਦਰੀਆਂ ਦਾ ਹਾਲ ਹੈ। ਇਹ ਪੰਜ ਸਾਡੇ ਗਿਆਨ ਇੰਦਰੀ ਨੇ, ਪੰਜ ਕਰਮ ਇੰਦਰੀ ਨੇ। ਜਦੋਂ ਕਰਮ ਇੰਦਰੀਆਂ ਦੀ ਵਾਰੀ ਆਉਂਦੀ ਹੈ ਨਾ, ਉਹਨਾਂ ਵਿੱਚ ਫਿਰ ਪੈਰ ਵੀ ਇੰਦਰਾ ਗਿਣਿਆ ਜਾਂਦੇ ਨੇ, ਕਿਉਂਕਿ ਪੈਰ ਕਰਮ ਕਰਦੇ ਨੇ, ਹੱਥ ਵੀ ਕਰਮ ਕਰਦੇ ਨੇ। ਇਸੇ ਪ੍ਰਕਾਰ ਜੀਭ ਬੋਲਦੀ ਹੈ, ਉਹ ਵੀ ਕਰਮ ਕਰਦੀ ਹੈ। ਕੰਨ ਸੁਣਦੇ ਨੇ, ਅੱਖਾਂ ਵੇਖਦੀਆਂ ਨੇ। ਤੋ ਜਦੋਂ ਕਰਮ ਇੰਦਰੀ ਗਿਣਨੇ ਨੇ, ਉਦੋਂ 1 2 3 4 ਤੇ 5। ਜਦੋਂ ਗਿਆਨ ਇੰਦਰੀ ਗਿਣਨੇ ਨੇ ਸਾਧ ਸੰਗਤ, ਉਦੋਂ ਕੰਨ, ਅੱਖ, ਨੱਕ, ਰਸਨਾ ਤੇ ਪੰਜਵੀਂ ਸਕਿਨ ਹੈ। ਇਹ ਗਿਆਨ ਇੰਦਰਾ ਹੈ, ਕਰਮ ਇੰਦਰਾ ਨਹੀਂ। ਹੱਥ ਕਰਮ ਇੰਦਰਾ ਹੈ, ਪੈਰ ਕਰਮ ਇੰਦਰਾ ਹੈ। ਤੋ ਇਹ ਥੋੜਾ ਜਿਹਾ ਫਰਕ ਸਮਝਣ ਵਾਲਾ ਹੈ। ਪਾਂਚੋਂ ਇੰਦਰੀ ਨਿਗ੍ਰਹਿ ਕਰੀ, ਉਹ ਫਿਰ ਪੰਜਾਂ ਇੰਦਰੀਆਂ ਨੂੰ ਚੰਗੀ ਤਰ੍ਹਾਂ ਕਾਬੂ ਕਰ ਲੈਂਦਾ। ਹੁਣ ਇੱਥੇ ਕਿਹੜੀਆਂ ਪੰਜ ਇੰਦਰੀਆਂ ਨੇ? ਇੱਥੇ ਗਿਆਨ ਇੰਦਰੀਆਂ ਦੀ ਗੱਲ ਹੈ। ਇਹ ਗਿਆਨ ਇੰਦਰੀਆਂ ਚੰਗੇ ਪਾਸੇ ਵੀ ਲਿਜਾ ਸਕਦੀਆਂ ਨੇ, ਇਹ ਗਿਆਨ ਇੰਦਰੀਆਂ ਮੰਦੇ ਪਾਸੇ ਵੀ ਲਿਜਾ ਸਕਦੀਆਂ ਨੇ। ਤੋ ਉਹ ਵਿਅਕਤੀ ਫਿਰ ਆਪਣੇ ਗਿਆਨ ਇੰਦਰੀਆਂ ਨੂੰ ਕਾਬੂ 'ਚ ਚੰਗੀ ਤਰ੍ਹਾਂ ਕਰ ਲੈਂਦਾ ਹੈ। ਔਰ ਇਹਨਾਂ ਨੂੰ ਕਾਬੂ 'ਚ ਕਰਨ ਦਾ ਇੱਕ ਹੋਰ ਸਰੋਤ ਹੈ, ਮਨ ਕਾਬੂ ਵਿੱਚ ਆ ਜਾਏ, ਕਿਉਂਕਿ ਮਨ ਦਾ ਇਹ ਪਰਿਵਾਰ ਹੈ। ਕਬੀਰ ਏਕ ਮਰੰਤੈ ਦੋਇ ਮੂਏ, ਦੋਇ ਮਰੰਤੇ ਚਾਰ, ਚਾਰ ਮਰੰਤੈ ਛੈ ਮੂਏ,
4 पुरख और 2 नार। ਉੱਥੇ ਜਦੋਂ ਕਹਿੰਦੇ ਏਕ ਮਰਨਤੈ ਦੋਏ ਮੂਏ ਤੇ ਮਨ ਮਰ ਜਾਏ ਤੇ ਫਿਰ ਆਸਾ ਤ੍ਰਿਸ਼ਨਾ ਵੀ ਮਰ ਜਾਂਦੀ ਹੈ। ਫਿਰ ਅੱਗੇ ਸਿਲਸਿਲਾ ਇਹਦੇ ਪਰਿਵਾਰ ਦਾ ਸ਼ੁਰੂ ਹੁੰਦਾ। ਮੈਂ ਕਿਸੇ ਦਿਨ ਕਰਾਂਗਾ ਬੇਨਤੀ ਇਸ ਸ਼ਲੋਕ ਦੇ ਸੰਦਰਭ ਵਿੱਚ ਵੀ। ਉਸ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ, ਪਰ ਪਰਮ ਜੋਤ ਸਿਓ ਪਰਚਾ ਲਾਵਾ। ਜੇ ਕੋਈ ਪਰਮ ਜੋਤ ਨਾਲ ਪਿਆਰ ਪਾ ਲਵੇ ਤੇ 5 ਇੰਦਰੀਆਂ ਚੰਗੀ ਤਰ੍ਹਾਂ ਪਕੜ ਵਿੱਚ ਲੈ ਆਵੇ ਤੇ ਫਿਰ ਪਤਾ ਕੀ ਹੁੰਦਾ, ਪਾਪ ਪੁੰਨ ਦੋਉ ਨਿਰਵਰਈ। ਉਹਦੇ ਜੀਵਨ ਵਿੱਚ ਪਾਪ ਪੁੰਨ ਨਹੀਂ ਰਹਿੰਦੇ। ਇਨ ਸਮਝ ਲਓ ਬਈ ਉਹਨੂੰ ਪਾਪ ਪੁੰਨ ਦੀ ਕੋਈ ਪਰਵਾਹ ਨਹੀਂ ਰਹਿੰਦੀ। ਕਿਉਂ ਨਹੀਂ ਰਹਿੰਦੀ? ਕਿਉਂਕਿ ਉਹਨੂੰ ਪਤਾ ਹੈ ਵੀ ਮੈਂ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਹੀ ਨਹੀਂ ਜਿਹੜਾ ਮੇਰੇ ਕੋਲੋਂ ਗਲਤ ਹੋਇਆ ਹੋਵੇ। ਮੇਰੇ ਕੋਲ ਸੁਤੇ ਸਿੱਧ ਜੋ ਹੁੰਦਾ ਠੀਕ ਹੁੰਦਾ, ਕਿਉਂਕਿ ਮੈਂ ਆਪਣੇ ਕਰਮ ਇੰਦਰੀਆਂ ਨੂੰ ਕਾਬੂ 'ਚ ਕੀਤਾ ਹੋਇਆ। ਜਿਵੇਂ ਭਗਤ ਰਵਿਦਾਸ ਸਾਹਿਬ ਮਹਾਰਾਜ ਇੱਕ ਥਾਂ ਤੇ ਲਿਖਦੇ ਨੇ ਬਾਣੀ ਵਿੱਚ, ਉਹ ਕਹਿੰਦੇ ਨੇ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੋਹੇ ਜਮ ਦੰਡ ਨਾ ਲੱਗਈ ਤਜੀ ਲੈ ਸਰਬ ਜੰਜਾਲ। ਆ ਜਿਹੜੇ ਪਾਰਲੇ ਪਾਸੇ ਚਿੱਤਰਗੁਪਤ ਦੱਸੇ ਜਾਂਦੇ ਨੇ, ਜਿਹੜੇ ਮਨੁੱਖ ਦੇ ਕਰਮਾਂ ਦਾ ਲੇਖਾ ਲਿਖਦੇ ਨੇ, ਮੈਂ ਉਹਨਾਂ ਨੂੰ ਕਹਿੰਦਾ ਮੇਰੇ ਬਾਰੇ ਤੁਸੀਂ ਜੋ ਲਿਖਣਾ ਲਿਖ ਲਓ, ਮੈਨੂੰ ਤੁਹਾਡੀ ਕੋਈ ਪਰਵਾਹ ਨਹੀਂ। ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੋਹੇ ਜਮ ਦੰਡ ਨਾ ਲੱਗਈ। ਮੈਨੂੰ ਕੋਈ ਜਮਾ ਨੇ ਦੰਡ ਨਹੀਂ ਦੇਣਾ। ਵੀ ਤੈਨੂੰ ਕਿਉਂ ਨਹੀਂ ਜਮਾ ਨੇ ਦੰਡ ਦੇਣਾ? ਕਹਿਣ ਲੱਗੇ ਕਿਉਂਕਿ ਤਜੀ ਲੈ ਸਰਬ ਜੰਜਾਲ। ਮੈਨੂੰ ਕੋਈ ਫਿਕਰ ਹੀ ਨਹੀਂ, ਮੈਂ ਕੋਈ ਮਿਸਟੇਕ ਹੀ ਨਹੀਂ ਕੀਤੀ, ਮੈਂ ਕੋਈ ਜੰਜਾਲ ਹੀ ਨਹੀਂ ਕੀਤਾ, ਮੈਨੂੰ ਉਹਨਾਂ ਨੇ ਕੀ ਕਹਿਣਾ। ਤੋ ਜਦੋਂ 5 ਕਰਮ ਇੰਦਰੇ ਕਾਬੂ 'ਚ ਕਰ ਲਈਏ ਫਿਰ ਪਾਪ ਪੁੰਨ ਦੋਉ ਨਿਰਵਰਈ, ਦੋਵੇਂ ਹੀ ਨਿਰਵਾਰੇ ਜਾਂਦੇ ਨੇ। ਉਹਨਾਂ ਦੋਵਾਂ ਦੀ ਪਰਵਾਹ ਨਹੀਂ। ਪਾਪ ਮਨੁੱਖ ਤੋਂ ਕੋਈ ਪਾਪ ਹੁੰਦਾ ਹੀ ਨਹੀਂ। ਉਂਝ ਮੈਂ ਇਹ ਵੀ ਬੇਨਤੀ ਕਰਦੇ ਹਾਂ, ਪਾਪ ਕੀ ਹੈ ਤੇ ਪੁੰਨ ਕੀ ਹੈ। ਗੁਰਮਤਿ ਨੇ ਸਾਨੂੰ ਪਾਪ ਤੇ ਪੁੰਨ ਦੋਵਾਂ ਤੋਂ ਉੱਪਰ ਉੱਠਣ ਲਈ ਕਿਹਾ ਹੈ। ਜਿਹੜਾ ਕਰਮਕਾਂਡ ਦਾ ਗ੍ਰੰਥ ਹੈ, ਅਸੀਂ ਕਰਮਕਾਂਡ ਸ਼ਬਦ ਬੜੀ ਵਾਰ ਕਥਾ ਵਿੱਚ ਸੁਣਿਆ ਹੈ, ਇਹ ਕੋਈ ਮਜ਼ਾਕ ਨਹੀਂ। ਇਤਨਾ ਮੋਟਾ ਗ੍ਰੰਥ, ਬਰੀਕ 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 ਅੱਖਰ ਭਰਿਆ ਪਿਆ। ਉਹਨੂੰ ਪੜ੍ਹ ਕੇ ਮਨੁੱਖ ਕਨਫਿਊਜ਼ ਹੋ ਜਾਂਦਾ ਹੈ। ਕਿਵੇਂ ਕਨਫਿਊਜ਼ ਹੋ ਜਾਂਦਾ? ਛੋਟੀ ਜੀ ਸਿੰਪਲ ਜੀ ਐਗਜ਼ਾਮਪਲ ਦਿਆਂ। ਬੁੱਧਵਾਰ ਨੂੰ ਯੈਲੋ ਕਲਰ ਦੀਆਂ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਨੇ, ਕਰਮਕਾਂਡ ਕਹਿੰਦਾ। ਸ਼ਨੀਵਾਰ ਨੂੰ ਕਾਲੇ ਰੰਗ ਦੀਆਂ। ਪਰ ਭਲੇਖੇ ਨਾਲ ਜੇ ਕਾਲੇ ਰੰਗ ਦੀਆਂ ਸ਼ਨੀਵਾਰ ਦੀ ਥਾਂ ਬੁੱਧਵਾਰ ਤੇ ਬੁੱਧਵਾਰ ਦੀ ਯੈਲੋ ਵਾਲੀਆਂ ਸ਼ਨੀਵਾਰ ਦੇ ਉੱਥੇ ਲਿਖਿਆ ਹੈ, ਮੈਂ ਤੁਹਾਨੂੰ ਫੋਲ ਕੇ ਉਂਗਲ ਰੱਖ ਕੇ ਦਿਖਾ ਸਕਦਾ ਵੀ ਪੜੋ, ਅਨਰਥ ਹੋ ਜਾਏਗਾ। ਦੂਜੇ ਸ਼ਬਦਾਂ 'ਚ ਇੰਜ ਕਹੋ ਵੀ ਮਨੁੱਖ ਕਰ ਹੀ ਨਹੀਂ ਸਕਦਾ ਉੱਦਾਂ ਜਿੱਦਾਂ ਉਹਦੇ 'ਚ ਲਿਖਿਆ, ਕਰ ਹੀ ਨਹੀਂ ਸਕਦਾ। ਤੋ ਖਾਮਖਾ ਇੱਕ ਅੱਛਾ ਪਾਪ ਪੁੰਨ 'ਚ ਕੀ ਫਰਕ ਹੈ? ਪਾਪ ਹੱਥ ਕੜੀ ਹੈ, ਬੰਧਨ ਹੈ, ਲੋਹੇ ਦੀ ਹੱਥ ਕੜੀ ਹੈ, ਔਰ ਪੁੰਨ ਸੋਨੇ ਦੀ ਹੱਥ ਕੜੀ ਹੈ। ਦੋਵੇਂ ਹੀ ਹੱਥ ਕੜੀਆਂ ਨੇ। ਅਸੀਂ ਨਾ ਉਹਨਾਂ ਪਾਪਾਂ ਵਾਲੇ ਚੱਕਰ 'ਚ ਪੈਣਾ, ਨਾ ਉਹਨਾਂ ਪੁੰਨਾਂ ਵਾਲੇ ਚੱਕਰ 'ਚ ਪੈਣਾ। ਸਾਡੇ ਪਾਪ ਦੀ ਪਰਿਭਾਸ਼ਾ ਵੀ ਡਿਫਰੈਂਟ ਹੈ, ਪੁੰਨ ਦੀ ਪਰਿਭਾਸ਼ਾ ਕੀ ਹੈ? ਕਰ ਸਾਧੂ ਅੰਜਲੀ, ਦੋਵੇਂ ਹੱਥ ਇਸ ਤਰ੍ਹਾਂ ਜੋੜ। ਐਦਾਂ ਦੋਵੇਂ ਹੱਥ ਜੋੜ ਕੇ ਗੁਰੂ ਅੱਗੇ ਇਸ ਤਰ੍ਹਾਂ ਮੱਥਾ ਟੇਕ। ਕਹਿਣ ਲੱਗੇ ਫਿਰ ਕੀ ਹੋਵੇਗਾ? ਹਜ਼ੂਰ ਕਹਿਣ ਲੱਗੇ ਪੁੰਨ ਵੱਡਾ ਹੈ, ਇਦੋਂ ਵੱਡਾ ਕੋਈ ਪੁੰਨ ਨਹੀਂ। ਜਦੋਂ ਤੂੰ ਆਪਣੇ ਇਸ ਦੇ ਸਾਹਮਣੇ ਹੱਥ ਜੋੜ ਕੇ ਮੱਥਾ ਟੇਕਣਾ ਹੈ, ਸਾਰੇ ਪੁੰਨ ਥੱਲੇ ਝੜ ਗਏ, ਤੇਰਾ ਸਭ ਤੋਂ ਵੱਡਾ ਪੁੰਨ ਹੋ ਗਿਆ। ਤੂੰ ਬਾਕੀ ਪੁੰਨਾਂ ਦੇ ਚੱਕਰ 'ਚ ਕਿਉਂ ਪੈਣਾ? ਤੂੰ ਬਾਕੀ ਪਾਪਾਂ ਦੇ ਚੱਕਰ, ਜਿਹਦੀ ਸਿੱਧੀ ਆਈ ਜੀ ਨਾਲ ਗੱਲ ਹੋ ਜਾਏ ਜੀ, ਉਹ ਸਿਪਾਹੀ ਜੀ ਦੀ ਪਰਵਾਹ ਕਰਦਾ? ਫਿਰ ਕਾਹਦੇ ਲਈ ਕਰਨੀ ਹੈ? ਤੂੰ ਸੁਪਰੀਮ ਪਾਵਰ ਨਾਲ ਜੁੜੋ, ਉਹਦੇ ਨਾਲ। ਉਹਨੂੰ ਮੱਥਾ ਟੇਕਿਆਂ ਵੀ ਪੁੰਨ ਨਹੀਂ ਹੁੰਦਾ, ਵੱਡਾ ਪੁੰਨ ਹੋ ਜਾਂਦਾ। ਤੋ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹੈ, ਇਹਦੂ ਵੱਡਾ ਕੋਈ ਪੁੰਨ ਹੀ ਨਹੀਂਗਾ। ਤੁਸੀਂ ਰੋਜ਼ ਪੜ੍ਹਦੇ ਹੋ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਤੋ ਫਿਰ ਕੋਈ ਫਿਕਰ ਨਹੀਂ ਰਹਿ ਜਾਂਦਾ ਵੀ ਮੇਥੋਂ ਪਾਪ ਹੋ ਰਿਹਾ ਕਿ ਪੁੰਨ ਹੋ ਰਿਹਾ। ਫੱਫਾ ਬਿਨ ਫੂਲੇ ਫਲ ਹੋਈ। ਫੱਫੇ ਅੱਖਰ ਤੋਂ ਉਪਦੇਸ਼ ਹੈ, ਜੇ ਮਨੁੱਖ ਫੁੱਲੇ ਨਾ, ਫੱਫਾ ਬਿਨ ਫੂਲੇ ਫਲ ਹੋਈ। ਜੇ ਤੂੰ ਫਲ ਪ੍ਰਾਪਤ ਕਰਨਾ ਹੈ ਨਾ, ਫੁੱਲਿਆ ਨਾ ਕਰ। ਕੀ ਮਤਲਬ? ਅਹੰਕਾਰ ਵਿੱਚ ਨਾ ਆਵਿਆ ਕਰ। ਔਰ ਸਾਧ ਸੰਗਤ, ਇਹ ਨਾ ਬਹੁਤ ਸੂਖਸ਼ਮ ਰੋਗ ਹੈ, ਬਹੁਤ ਬਰੀਕ ਹੈ, ਬੜਾ ਢੀਠ ਹੈ। ਤੁਸੀਂ ਕਦੀ
डिस्कवरी ते जां नैशनल जियोग्राफिक ते लकड़ बग्गे वेखे ने? बड़ी वार तुसी बब्बर शेर का नाम सुने। बब्बर शेर नूं भी शिकार छड्ड के जाण लई मजबूर कर देंदे ने। ताकत नहीं हुंदी, ढीठ बड़े हुंदे ने। शिकार नूं मारन दा तरीका की है? शिकार वड्डा है, छोटा जिहा है। शिकार जंगली कुत्ते, लकड़ बग्गा इक्को ही स्टाइल है उन्हां दा। पहिलां उहनूं खूब भजाना है, भजा के ਉਹਦੀ सारी जिहड़ी एनर्जी है वो वेस्ट करनी है, थका देना है। और इतना क्रूर शिकारी है बई ਉਹਦੇ मुकाबले ते शेर की है? शेर तो कुछ भी नहीं, वो तो साह रग नूं पकड़दा है और जदों साह आउणे बंद हो जाते हैं, प्राण पंखेरू उदों खांदा है। और जंगली कुत्ता, लकड़ बग्गा ये तो जिउंदे शिकार नूं खाना शुरू कर देंदे ने, जिउंदे। तुसीं देख सकते हो ये जिहड़ी ईगो है ना, ये लकड़ बग्गे वर्गी शिकारण है, ये जंगली कुत्ते वर्गी शिकारण है, बहुत खतरनाक है। कदी आत्म मंथन करो, जाने अनजाने असी ये अधीन काम कर रहे होंगे हैं। साडी हर गल विचों अहंकार टपकदा है। मैं बाकी गल्लां छड्डो, मैं एक एग्जाम्पल देना हुन्ना बई मनुख दान करे, हथों छड्डे, हंकार हो जाना सुभाविक है। गल समझ आउंदी है, हथों कुछ छड्डिया है, वो लख 2 लाख 10 लाख रुपया किसी ऑर्गेनाइजेशन नूं दिता है, भाई आ जाता है, इन्ना कौन दिंदा है? मैं दिता है। पर कोई लै के हंकारी हो जाए, गल समझ आउंदी है? दान दे के हंकार होना गल खाने च पैंदी है। क्या बात है। यारो सारिਆਂ ਨੂੰ बेनती, सहयोग बख्शिया करो, कागरता दा आखो सतनाम श्री। दान लैके हंकारी हो जाना। बरेटे थले पिंड चों आटा मंग के मंगते बैठे सन, मंगते आपस विच गल्लां कर रहे सन और मंगता दूजे मंगतिਆਂ ਨੂੰ ਝਿੜਕ ਰਿਹਾ ਸੀ। मंगण की जांच ही नहीं, 2-2 किलो आटा लैके आ गए ने। मेरा वेखो 20 किलो आटा है, हालांकि उन्होंने चक्की ते वेच के पीना शराब ही है। ये भी मैं तुहानूं आगाह कर दियां। एक बार मैं राउरकेला गुरपुरब ते जा रहा सा, अंबाले तो मैं ट्रेन चेंज करनी सी। एक मंगता मेरे को आ गया, मैनू कहन लगा जी पैसे दिओ। मेरे को टिफन सी, रात का समा सी। एक उहदे विच जिहड़ा रेलवे का अफसर हुंदा है, मैनू डाढा चेता है, छीना उहदा लास्ट नेम सी। वो मेरे कोल खड़ा पुछ रहा सी, ज्ञानी जी कित्थे जाना? मैं कहा जी राउरकेला जाना है। तुसीं कित्थों तक जाना है? वो कहन लगे मैं दिल्ली तक हाँ, तो आपां बैठांगे, मैं तुहाडे नाल कुछ गल्लां बातां करनियां। मैं तुहानूं जानना वा, मैं 1-2 बार 4 बार लाइव ते तुहानूं सुनिया, मैं तुहाडे नाल कुछ विचारां करनियां। दिल्ली तक आपां गल्लां बातां करदे हां। ठीक है। वो मेरे कोल मंगता आया तो पैसों की उन्हें मंग की। मैं उन्होंने आख्या भी खाना खा लै, तो कहना भी नहीं पैसे दे दे, खाना नहीं खाना। मैं वेला होया तो मैनू छीना साहब कहने लगे इधर आओ तुहानूं विखावां। मैं कहा जी विखाओ। वो जिहड़ा मंगता सी ओहदा टेबल लगा होया, कुर्सी डट्ठी हुई, वो खाना खा रहा और ऊपर अल्कोहल की बोतल जिहड़ी है, शराब की बोतल। वो कहंदे तुसीं कहंदे सो खाना खा लै, ये तुहाडे वांगू खाना नहीं खांदे, इन्हां नूं गरीब ना समझो। तुहाडे 10 दिनां दे खाने का उन्ना खर्चा नहीं जिन्ना इन्हां दा 1 वारां दे खाने का खर्चा। और वो बड़े ठाट बाट दे नाल नॉन वैज पिया सी, ड्रिंक कर रहा सी और सारा टेबल जिहड़ा वो भरिया पिया सी। वो कहने लगे बहुत अमीर लोग ने, वो कपड़े जान बुझ के इस तरह के ताकि तरस दे पात्र बन जाइए। खैर मेरा वो विषय नहीं। अहंकार दे के नहीं, अहंकार लैके मंगता मंगतिਆਂ ਨੂੰ ਝਿੜਕ ਰਿਹਾ ਸੀ ਵੀ ਤੁਹਾਨੂੰ ਮੰਗਣ ਦੀ ਨਹੀਂ ਜਾਚ, ਤੁਹਾਡੀ ਝੋਲੀ ਤੇ 2-2 किलो आटा, मेरे को 20 किलो आटा। ਮਨੁੱਖ ਨੂੰ ਦਾਨ ਲੈ ਕੇ ਵੀ ਹੰਕਾਰ ਹੋ ਜਾਂਦਾ। ਇਹਦਾ ਮਤਲਬ ਕੀ ਹੈ ਮੇਰਾ ਦੱਸਣ ਦਾ? ਵੀ ਈਗੋ ਬੜਾ ਖਤਰਨਾਕ ਰੋਗ ਹੈ, ਖੰਡਾ ਹੈ, ਖੰਡਾ। इधर भी तार है, इधर भी तार। दान दे के भी हंकार, दान लैके भी हंकार, बहुत खतरनाक है। फफा बिन फूले फल होई, जे मनुख फुले ना, मनुख हंकार विच ना आवे, फिर फल प्राप्त हुंदा है। और कोई कुछ नहीं जे इहदे च कर सकदा।
ਇਹ ਯੁੱਧ ਆਪ ਹੀ ਕਰਨਾ ਪੈਂਦਾ ਅੰਦਰ। ਕੋਈ ਅਪਮਾਨ ਕਰੇ, ਉਹ ਵਕਤ ਹੁੰਦਾ ਆਪਣੇ ਆਪ ਨੂੰ ਸੰਭਲਣ ਦਾ, ਬਈ ਇਹਨੂੰ ਮੈਂ ਬਰਦਾਸ਼ਤ ਕਿਵੇਂ ਕਰਨਾ। ਇਹ ਮਾਮੂਲੀ ਜਿਹਾ ਬੰਦਾ, ਇਹਨੇ ਮੈਨੂੰ ਗਾਲ ਕੱਢੀ, ਇਸ ਬੰਦੇ ਨੇ ਮੇਰਾ ਅਪਮਾਨ ਕੀਤਾ, ਕਿਵੇਂ ਅਪਮਾਨ ਕਰਕੇ ਚਲਾ ਜਾਏਗਾ। ਉਹ ਵਕਤ ਹੁੰਦਾ ਹੈ ਉਹਦੇ ਨਾਲ ਲੜਨ ਦੀ ਥਾਂ ਆਪਣੇ ਮਨ ਨਾਲ ਅੰਦਰ ਲੜਨਾ। ਨਹੀਂ, ਇਹ ਮਾਮੂਲੀ ਨਹੀਂ, ਇਹਦੇ ਸਾਹਮਣੇ ਮੈਂ ਮਾਮੂਲੀ ਹਾਂ, ਇਹ ਵੀ ਇਨਸਾਨ ਹੈ। ਤੋ ਲਗਾਤਾਰ ਆਪਣੇ ਆਪ ਨੂੰ ਕੇਅਰ ਕਰਨਾ, ਲਗਾਤਾਰ ਆਪਣੇ ਆਪ ਨਾਲ ਘੁਲਣਾ, ਲੜਨਾ, ਫਿਰ ਜਾ ਕੇ ਕਿਤੇ ਗੱਲ ਬਣਦੀ ਏ। ਔਰ ਫਿਰ ਜਦੋਂ ਗੱਲ ਬਣਦੀ ਏ, ਉਦੋਂ ਵੀ ਮਨ 'ਚ ਇੱਕ ਸੂਖਸ਼ਮ ਜਿਹਾ ਅਹੰਕਾਰ ਆਉਂਦਾ ਹੈ, ਬਈ ਮੈਂ ਕਿੰਨਾ ਸਨਿਮਰ ਹਾਂ, ਮੈਂ ਕਿਤਨਾ ਸਨਿਮਰ ਹਾਂ। ਸਨਿਮਰ ਬਾਅਦ ਵਿੱਚ ਮੈਂ ਫਿਰ ਆ ਗਈ, ਉੱਥੇ ਜਾ ਕੇ ਫਿਰ ਅਵੇਅਰਨੈਸ ਯੂਜ਼ ਕਰਨੀ ਵੀ ਇਹ ਸਾਰਾ ਕੁਝ ਕਰਕੇ ਵੀ ਕਿਤੇ ਕੀਤੀ ਕਰਾਈ ਖੂਚ ਨਾ ਪੈ ਜਾਏ। ਬਹੁਤ ਸੂਖਸ਼ਮ ਰੋਗ ਹੈ, ਬਰੀਕ ਹੈ, ਖਤਰਨਾਕ ਬਹੁਤ ਜ਼ਿਆਦਾ ਹੈ। ਤੋ ਇਸ ਵਾਸਤੇ ਭਗਤ ਕਬੀਰ ਸਾਹਿਬ ਮਹਾਰਾਜ ਸਾਨੂੰ ਖਬਰਦਾਰ ਕਰ ਰਹੇ ਨੇ, ਫੱਫਾ ਬਿਨ ਫੂਲੇ ਫਲ ਹੋਈ। ਇੱਕ ਨਾ ਫੂਕ ਸ਼ਬਦ ਦੇ ਠੇਠ ਪੰਜਾਬੀ ਦਾ, ਆਪਾਂ ਕਹਿੰਦੇ ਹਾਂ ਵੀ ਹਵਾ ਭਰਾ ਲਓ ਟਾਇਰ ਵਿੱਚ, ਪਰ ਫੂਕ ਸ਼ਬਦ ਅਸੀਂ ਨਹੀਂ ਵਰਤਦੇ ਕਿਉਂਕਿ ਥੋੜਾ ਜਿਹਾ ਉਹ ਅਸੀਂ ਉਹਨੂੰ ਪੂਅਰ ਸਮਝਦੇ ਹਾਂ, ਪੇਂਡੂ ਜੀ ਬੋਲੀ ਸਮਝਦੇ ਹਾਂ। ਪਰ ਗੁਰਬਾਣੀ ਵਿੱਚ ਫੂਕ ਸ਼ਬਦ ਵੀ ਵਰਤਿਆ ਗਿਆ। ਤੁਸੀਂ ਕਹੋਗੇ ਕਿੱਥੇ ਵਰਤਿਆ ਗਿਆ? ਜੇ ਤੁਹਾਡੇ ਕੋਲ ਸਮਾਰਟਫੋਨ ਵਿੱਚ ਆਈ ਗ੍ਰੰਥ ਡਾਊਨਲੋਡ ਹੈ ਤੇ ਤੁਸੀਂ ਕੱਢ ਕੇ ਵੇਖ ਸਕਦੇ ਹੋ। ਹਜ਼ੂਰ ਉੱਥੇ ਕਹਿੰਦੇ ਨੇ, ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀ ਹੈ। ਹਰ ਬੰਦਾ ਹੰਕਾਰ ਵਿੱਚ ਭਰਿਆ ਫਿਰਦਾ ਹੈ, ਹਰ ਬੰਦੇ ਨੂੰ ਫੂਕ ਭਰੀ ਹੋਈ ਹੈ, ਫੁੱਲਿਆ ਹੋਇਆ ਹੈ, ਸੈਂਸ ਅਹੰਕਾਰ ਵਿੱਚ। ਆਖਣ ਕਹਿਣ ਨਾ ਥੰਮੀ ਹੈ, ਆਖਣ ਕਹਿਣ ਨਾਲ ਗੱਲ ਸਮਝ ਨਹੀਂ ਆਉਂਦੀ। ਔਰ ਹੋਰ ਮੈਂ ਬੇਨਤੀ ਕਰਾਂ, ਇਹ ਦੁੱਖ ਦਿੰਦਾ ਹੈ, ਸੁੱਖ ਨਹੀਂ ਦਿੰਦਾ। ਕਿਸ ਤਰ੍ਹਾਂ ਦੁੱਖ ਦਿੰਦਾ ਹੈ? ਇੱਕ ਬਚਨ ਤੁਸੀਂ ਸੌਣ ਲੱਗੇ ਰੋਜ਼ ਪੜ੍ਹਦੇ ਹੋ, ਜੇ ਨਹੀਂ ਪੜ੍ਹਦੇ ਤੇ ਪੜ੍ਹਿਆ ਕਰੋ। 16 ਸਾਹਿਬ ਮਹਾਰਾਜ ਕਹਿੰਦੇ ਨੇ, ਸਾਕਤ ਹਰ ਰਸ ਸਾਧ ਨਾ ਜਾਣਿਆ। ਸਾਕਤ ਸ਼ਬਦ ਜੇ ਤੁਸੀਂ ਇਹਦੇ ਅੱਖਰੀ ਅਰਥਾਂ ਵੱਲ ਜਾਓ ਤੇ ਸਾਕਤ ਮੀਨਸ ਸ਼ਕਤੀ ਦਾ ਪੁਜਾਰੀ। ਸ਼ਕਤੀ ਕੀ ਹੈ? ਮਾਇਆ। ਮਾਇਆ 'ਚ ਸ਼ਕਤੀ ਹੈ ਨਾ। ਸਾਧ ਸੰਗਤ ਅਸੰਭਵ ਕੰਮ ਹੋਵੇ ਨਾ, ਲੋਕ ਕਹਿਣ ਵੀ ਨਹੀਂ ਇਹ ਨਹੀਂ ਹੋਣਾ। ਮੈਂ ਵੇਖਿਆ ਮਾਇਆ ਨਾਲ ਉਹ ਵੀ ਹੋ ਜਾਂਦਾ। ਆਖੋ ਸਤਨਾਮ ਸ੍ਰੀ, ਉਹ ਵੀ ਹੋ ਜਾਂਦਾ ਹੈ। ਜਿਸਕੋ ਮਿਲੇ ਤੇਲ ਤਮਾ ਤੁਰਤ ਨਰਮ ਹੋ ਜਾਏ। ਜੁੱਤੀ ਆਕੜੀ ਹੋਈ ਹੈ, ਧੌੜੀ ਦੀ ਜੁੱਤੀ, ਉਹਨੇ ਛਾਲੇ ਪਾ ਦਿੱਤੇ ਨੇ, ਤੇਲ ਲਾ ਦਿਓ ਨਰਮ ਹੋ ਜਾਏ। ਇਹ ਬੰਦਾ ਬੜਾ ਸਖਤ ਹੈ ਜੀ। ਉਹ ਸਖਤ ਬੰਦਾ ਵੀ 4 ਠੀਕਰੀਆਂ ਲੈ ਕੇ ਨਰਮ ਹੋ ਜਾਂਦਾ ਹੈ। ਇਹ ਵੇਖਣ ਚ ਆਉਂਦਾ ਸਮਾਜ ਦੇ ਵਿੱਚ। ਮੈਂ ਇਹ ਨਹੀਂ ਕਹਿੰਦਾ ਵੀ 100% ਲੋਕ ਇਸ ਤਰ੍ਹਾਂ ਦੇ ਨੇ, ਬੀਜ ਨਾਸ ਨਹੀਂ ਹੈਗੇ ਨੇ ਟਾਵੇਂ ਟਾਵੇਂ, ਪਰ ਬਹੁਤਾਤ ਗਿਣਤੀ ਇਸ ਤਰ੍ਹਾਂ ਦੀ ਹੋਈ ਹੈ। ਸਾਕਤ ਕਹਿੰਦੇ ਸ਼ਕਤੀ ਦੇ ਪੁਜਾਰੀ ਨੂੰ, ਮਾਇਆ ਦਾ ਪੁਜਾਰੀ। ਮਨਮੁਖ ਦਾ ਪ੍ਰਿਆਇ ਸ਼ਬਦ ਹੈ, ਪ੍ਰਿਆਵਾਚੀ ਸ਼ਬਦ ਹੈ। ਮਨਮੁਖ ਤੇ ਸਾਕਤ ਇੱਕੋ ਹੀ ਚੀਜ਼ ਹੈ। ਮਹਾਰਾਜ ਕਹਿੰਦੇ ਨੇ ਬਾਣੀ, ਸਾਕਤ ਸੰਗ ਨਾ ਕੀਜੀਏ, ਦੂਰ ਹੈ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਉ ਕਛ ਲਾਗੇ ਦਾਗ। ਜਾਂ ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ, ਝੂਠੇ ਕੀਰੇ ਝੂਠ ਪ੍ਰੀਤ। ਇਹ ਇਤਿਆਦਿਕ ਬੜੇ ਬਚਨ ਨੇ, ਪਰ ਇਹ ਬਚਨ ਦੀ ਵਿਆਖਿਆ ਰਹਿ ਜਾਣੀ ਹੈ। ਮੈਂ ਇੱਧਰ ਆਪ ਜੀ ਦੀ ਤਵੱਜੋ ਦਵਾਵਾਂ। ਫੱਫਾ ਬਿਨ ਫੂਲੇ ਫਲ ਹੋਈ। ਸਾਕਤ ਹਰ ਰਸ ਸਾਧ ਨਾ ਜਾਣਿਆ। ਸਾਕਤ ਬੰਦੇ ਨੂੰ ਹਰੀ ਦੇ ਨਾਮ ਦੇ ਰਸ ਦੇ ਸਵਾਦ ਦਾ ਪਤਾ ਹੀ ਨਹੀਂ ਹੁੰਦਾ, ਕਿਉਂਕਿ ਉਹਨੇ ਕਦੀ ਚੱਖਿਆ ਹੀ ਨਹੀਂ ਹੁੰਦਾ। ਤਿੰਨ ਅੰਤਰ ਹਉਮੈ ਕੰਡਾ ਹੈ। ਉਹਨਾਂ ਦੇ ਅੰਦਰ ਹਉਮੈ ਦਾ ਕੰਡਾ ਹੁੰਦਾ ਹੈ। ਜਿਉਂ ਜਿਉਂ ਚੱਲੈ ਚੁੱਭੈ। ਧਿਆਨ ਦੇਣਾ, ਚੱਲੈ ਬਹੁਵਚਨ, ਚੁੱਭੈ ਇੱਕ ਵਚਨ। ਸਾਕਤ ਜ਼ਿਆਦੇ ਨੇ, ਮਨਮੁਖ ਜ਼ਿਆਦੇ ਨੇ ਜਿਹੜੇ ਚੱਲਦੇ ਨੇ, ਇਸ ਲਈ ਚੱਲ ਹੈ। ਚੱਚਾ ਲੱਲਾ ਹਾਹੇ ਨੂੰ ਹੁਸ਼ਿਆਰੀ, ਤੇ ਕੰਡਾ ਇੱਕੋ ਹੀ ਹੈ। ਮੇਰੇ ਅੰਦਰ ਵੀ ਉਹ ਹੈ, ਤੁਹਾਡੇ ਅੰਦਰ ਵੀ ਉਹ ਹੈ, ਇਸ ਲਈ ਚੁੱਭੈ। ਚੱਚਾ ਭੱਬੇ ਨੂੰ ਦਿਲਾਵਾਂ, ਚੁੱਭੈ ਇੱਕ ਵਚਨ। ਹੁਣ ਇਹ ਕਿਵੇਂ ਚੁੱਭਦਾ? ਇੱਕ ਬਹਿਰੂਨੀ ਕੰਡਾ ਹੁੰਦਾ, ਇੱਕ ਅੰਦਰੂਨੀ ਕੰਡਾ ਹੁੰਦਾ। ਬਹਿਰੂਨੀ ਕੰਡਾ ਪੈਰ 'ਚ ਚੁੱਭਦਾ ਮੋਸਟਲੀ। ਕੰਡਾ ਪੈਰ 'ਚ ਚੁੱਭਾ ਹੋਵੇ ਨਾ ਸਾਧ ਸੰਗਤ, ਤੇ ਮਖਮਲੀ ਜੁੱਤੀ ਪਾ ਲਈ ਹੈ ਨਾ, ਮਖਮਲੀ ਜੁੱਤੀ। ਮਖਮਲੀ ਜੁੱਤੀਆਂ ਵੀ ਆਉਂਦੀਆਂ ਹੁੰਦੀਆਂ ਸਨ, ਹੁਣ ਵੀ ਆਉਂਦੀਆਂ ਨੇ ਟਾਵੀਆਂ ਟਾਵੀਆਂ।
ਔਰ ਮਖਮਲੀ ਜੁੱਤੀ ਪੈਰ 'ਚ ਪਾ ਕੇ ਤੁਰੀਏ ਨਾ, ਕੰਡਾ ਤਾਂ ਵੀ ਰੜਕਦਾ ਹੈ। ਕਿਉਂ ਰੜਕਦਾ ਜੀ? ਕਿਉਂਕਿ ਜਦੋਂ ਅਸੀਂ ਪੈਰ ਧਰਨੇ ਆ ਜਿਹਦੇ ਤੇ ਕੰਡਾ ਚੁੱਭਾ ਹੈ, ਹੁਣ ਪਿਛਲੇ ਪੈਰ ਨੂੰ ਉਠਾ ਕੇ ਹਵਾ ਵਿੱਚ ਥੋੜਾ ਸਫ਼ਰ ਕਰਾ ਕੇ ਅੱਗੇ ਰੱਖਣਾ ਹੈ, ਔਰ ਉਹ ਜਿਹੜਾ ਵਕਫਾ ਹੈ ਉਹਦੇ ਵਿੱਚ ਸਾਰਾ ਵਜ਼ਨ ਇੱਕੋ ਪੈਰ ਤੇ ਪੈਂਦਾ। ਜਦੋਂ ਵਜ਼ਨ ਪੈਂਦਾ ਹੈ ਉਹ ਕੰਡਾ ਥੱਲਿਓਂ ਫਿਰ ਰੜਕਦਾ ਹੈ। ਜਿਹਨੂੰ ਕੰਡਾ ਚੁੱਭਾ ਹੈ ਉਹ ਜਦੋਂ ਤੁਰਦਾ ਹੈ ਤੇ ਜ਼ਿਆਦਾ ਤਕਲੀਫ ਦਿੰਦਾ, ਜਦੋਂ ਬੈਠ ਜਾਂਦਾ ਤਕਲੀਫ ਘਟ ਜਾਂਦੀ ਹੈ। ਜਿਹਦੇ ਅੰਦਰ ਹੰਕਾਰ ਦਾ ਕੰਡਾ ਹੈ, ਉਹ ਹੰਕਾਰ ਦਾ ਕੰਡਾ ਵੀ ਜਦੋਂ ਮਨੁੱਖ ਵਿਚਰਦਾ ਹੈ ਤੇ ਜ਼ਿਆਦਾ ਦੁਖੀ ਕਰਦਾ ਹੈ, ਜਦੋਂ ਇਹ ਕਲਾਕਾਰਾ ਹੁੰਦਾ ਹੈ ਉਦੋਂ ਇਹਨੂੰ ਘੱਟ ਦੁਖੀ ਕਰਦਾ ਹੈ। ਉਹ ਕਿਸ ਤਰ੍ਹਾਂ ਜੀ? ਹੁਣ ਆਹ ਗਰੀਬ ਜਿਹਾ ਬੰਦਾ ਅੱਗੋਂ ਆ ਰਿਹਾ ਹੈ, ਉਹ ਪਹਿਲਾਂ ਮੈਨੂੰ ਕਹੇਗਾ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਜੇ ਤੇ ਉਹਨੇ ਕਹਿ ਦਿੱਤਾ ਤੇ ਠੀਕ ਹੈ, ਕਹਿ ਦਿੱਤਾ ਤੇ ਕੁਛ ਵੀ ਨਹੀਂ ਹੋਣਾ, ਕਿਉਂਕਿ ਪਹਿਲਾਂ ਹੀ ਪ੍ਰਪੇਅਰ ਆ ਵੀ ਉਹਨੇ ਕਹਿਣਾ ਹੈ, ਕੋਈ ਖੁਸ਼ੀ ਨਹੀਂ ਮਿਲਣੀ। ਪਰ ਜੇ ਨਾ ਕਿਹਾ ਤੇ ਜਿਹੜੀ ਅੰਦਰ ਬਗੀਚੀ ਖਿੜੀ ਹੈ ਉਹ ਸਾਰੀ ਬੁੱਝ ਜਾਣੀ ਹੈ। ਮੈਂ ਫਲਾਂ ਏਅਰਪੋਰਟ ਤੇ ਉਤਰਨਾ ਹੈ, ਉੱਥੇ 15-20 ਗੁਰਸਿੱਖ ਆਏ ਹੋਣਗੇ, 4-5-7 ਗੱਡੀਆਂ ਦਾ ਕਾਫਲਾ, ਫੁੱਲਾਂ ਦੇ ਹਾਰ, ਉੱਥੇ ਜਕਾਰੇ ਛੱਡਣਗੇ। ਗੋਰੇ ਵੇਖਣਗੇ ਵੀ ਜਕਾਰੇ ਪਤਾ ਨਹੀਂ ਕਿਉਂ ਛੱਡ ਰਹੇ ਨੇ। ਹੁਣ ਜੇ ਤੇ ਉਹ ਆ ਗਏ ਤੇ ਕੁਛ ਵੀ ਨਹੀਂ ਹੋਣਾ, ਕਿਉਂਕਿ ਕੋਈ ਸਰਪ੍ਰਾਈਜ਼ ਥੋੜਾ, ਮੈਂ ਤੇ ਪਹਿਲਾਂ ਹੀ ਪ੍ਰਪੇਅਰ ਕੀਤਾ। ਪਰ ਜੇ ਨਾ ਆਏ ਤੇ ਮਾਯੂਸੀ ਹੋ ਜਾਏਗੀ। ਇਹ ਕੰਡਾ ਇਸ ਤਰ੍ਹਾਂ ਚੁੱਭਦਾ ਹੈ। ਇਹਨ ਮੈਨੂੰ ਪਹਿਲਾਂ ਫਤਿਹ ਨਹੀਂ ਬੁਲਾਈ, ਇਹਨ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਆਖੀ, ਇਹਨ ਮੈਨੂੰ ਹੱਥ ਨਹੀਂ ਜੋੜੇ। ਇਹ ਸਾਰਾ ਦਿਨ ਫਿਰ ਹੰਕਾਰੀ ਬੰਦੇ ਨੂੰ ਮਹਿਸੂਸ ਹੁੰਦਾ ਰਹਿੰਦਾ, ਉਹ ਚੁੱਭਦਾ ਰਹਿੰਦਾ, ਉਹਦੇ ਚੋਂ ਖੂਨ ਰਿਸਦਾ ਰਹਿੰਦਾ, ਔਰ ਇਹਨੂੰ ਤਕਲੀਫ ਹੁੰਦੀ ਰਹਿੰਦੀ ਹੈ। ਇਹਨੂੰ ਕਹਿੰਦੇ ਨੇ ਜਿਉਂ ਜਿਉਂ ਚੱਲੈ ਚੁੱਭੈ ਦੁੱਖ ਪਾਵੇਂ, ਤਾਂ ਉਮਰ ਦੁੱਖ ਪਾਉਂਦੇ ਨੇ, ਔਰ ਮਰਨੋਂ ਉਪਰੰਤ ਜਮ ਕਾਲ ਸਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਵਖਾਣਾ, ਹਰੀ ਦੇ ਜਨ ਹਰੀ ਦੇ ਨਾਮ ਨੂੰ ਵਖਾਣਦੇ ਨੇ, ਉਹਨਾਂ ਦਾ ਲੋਕ ਪਰਲੋਕ ਸੁਹੇਲਾ ਹੋ ਜਾਂਦਾ ਹੈ। ਇਸ ਵਾਸਤੇ ਸਾਧ ਸੰਗਤ, ਫੱਫਾ ਬਿਨ ਫੂਲੇ ਫਲ ਹੋਈ। ਭਾਈ ਜੇ ਤੂੰ ਫੁੱਲੇ ਨਾ, ਹੰਕਾਰ ਵਿੱਚ ਨਾ ਆਵੇਂ, ਫਿਰ ਤੈਨੂੰ ਪਰਮਾਤਮਾ ਰੂਪੀ ਫਲ ਪ੍ਰਾਪਤ ਹੋ ਸਕਦਾ ਹੈ, ਅਦਰਵਾਈਜ਼ ਫਲ ਨਹੀਂ ਪ੍ਰਾਪਤ ਹੁੰਦਾ। ਤੋ ਫਲ ਫੰਕ ਲਖੈ ਜੋ ਕੋਈ। ਧਿਆਨ ਦਿਆ ਜੇ, ਮੈਂ ਜਦੋਂ ਵਾਰ-ਵਾਰ ਕਹਿਣਾ ਬਾਣੀ ਧਿਆਨ ਮੰਗਦੀ, ਉਹਦਾ ਕਾਰਨ ਕੀ ਹੈ? ਅਸੀਂ ਸੰਤਰਾ ਛਿੱਲੀਏ, ਕਿੰਨੂ ਛਿੱਲੀਏ, ਮਸੰਮੀ ਛਿੱਲੀਏ, ਮਾਲਟਾ ਛਿੱਲੀਏ, ਤੇ ਅੰਦਰ ਜਿਹੜੇ ਰਸ ਵਾਲੇ ਪਦਾਰਥ ਨੇ ਉਹਦੇ ਜਿਹੜੇ ਹਿੱਸੇ ਨੇ, ਠੇਠ ਪੰਜਾਬੀ 'ਚ ਕੀ ਕਹਿੰਦੇ ਆ? ਫਾੜੀ, ਫਾੜੀਆਂ ਕਹਿੰਦੇ ਆ ਨਾ। ਪਰ ਕਬੀਰ ਸਾਹਿਬ ਜਿਸ ਇਲਾਕੇ ਦੇ ਵਸਿੰਦੇ ਨੇ ਉੱਥੇ ਫਾੜੀ ਨਹੀਂ ਕਹਿੰਦੇ, ਫੰਕ ਕਹਿੰਦੇ ਨੇ। ਫੰਕ, ਫੱਫੇ ਟਿੱਪੀ ਕੱਕਾ ਫੰਕ। ਕਬੀਰ ਸਾਹਿਬ ਕਹਿੰਦੇ ਨੇ ਤਾਂ ਫਲ ਫੰਕ, ਉਹ ਜਿਹੜਾ ਪਰਮਾਤਮਾ ਰੂਪੀ ਫਲ ਫਿਰ ਮਿਲਦਾ ਹੈ ਨਾ, ਉਹ ਸਾਰਾ ਨਾ ਮਿਲੇ, ਉਹਦੀ ਇੱਕ ਫਾੜੀ ਮਿਲ ਜਾਏ ਤਾਂ ਫਲ ਫੰਕ। ਉਸ ਫਲ ਦੀ ਛੋਟੀ ਜੀ ਫਾੜੀ, ਥੋੜਾ ਜਿਹਾ ਹਿੱਸਾ, ਯਾਨੀ ਪਰਮਾਤਮਾ ਦੇ ਮਿਲਾਪ ਦਾ ਇੱਕ ਇਸ ਤਰ੍ਹਾਂ ਦੀ ਝਲਕ, ਜਿਵੇਂ ਮੀਂਹ ਪਵੇ ਤੇ ਅਸਮਾਨ ਵਿੱਚ 5 ਸੈਕਿੰਡ ਲਈ ਬਿਜਲੀ ਲਿਸ਼ਕ ਕੇ ਹਟ ਜਾਂਦੀ ਹੈ, 10 ਸੈਕਿੰਡ ਲਈ ਲਿਸ਼ਕਦੀ ਹੈ, 1 ਘੰਟਾ ਤੇ ਕੋਈ ਨਹੀਂ ਲਿਸ਼ਕਦੀ। 1-2 ਸੈਕਿੰਡ, 3 ਸੈਕਿੰਡ, 4 ਸੈਕਿੰਡ ਚਮਕੀ ਤੇ ਫਿਨਿਸ਼, ਦੁਬਾਰਾ ਚਮਕੇਗੀ, ਡਿਫਰੈਂਟ ਸਟੋਰੀ ਹੈ। ਪਰ ਇੱਕ ਵਾਰ ਚਮਕ ਦਾ ਪੀਰੀਅਡ ਇੰਨਾ ਕੋਈ ਹੁੰਦਾ ਹੈ। ਭਾਵ ਥੋੜੀ ਜਿਹੀ ਵੀ ਉਹਦੀ ਝਲਕ ਮਿਲ ਜਾਏ ਤਾਂ ਫਲ ਫੰਕ ਲਖੈ ਜੋ ਕੋਈ। ਫਿਰ ਜੇ ਉਹਦੇ ਥੋੜਾ ਜਿਹਾ ਵੀ ਝਲਕਾਰਾ ਪ੍ਰਾਪਤ ਹੋ ਜਾਏ, ਦੂਣ ਨਾ ਪਰੇ। ਸਾਧ ਸੰਗਤ, ਇੱਕ ਸ਼ਬਦ ਹੈ ਵਾਦੀ, ਇੱਕ ਸ਼ਬਦ ਹੈ ਦੂਣ, ਇਹ ਪਰਿਆਇਵਾਚੀ ਨੇ। ਜਿਵੇਂ ਕਸ਼ਮੀਰ ਦੀਆਂ ਵਾਦੀਆਂ, ਔਰ ਇਸੇ ਤਰ੍ਹਾਂ ਦੇਰਾ, ਦੂਣ। ਆਪ ਜੀ ਦਾ ਕਦੀ ਨਾ ਧਿਆਨ ਗਿਆ ਹੋਵੇ ਵੱਖਰੀ ਗੱਲ ਹੈ। ਡੇਰਾ ਤੇ ਸੀ ਜਿਹੜਾ ਬਾਅਦ ਵਿੱਚ ਡੱਡੇ ਦਾ ਦੱਦਾ ਬਣ ਗਿਆ। ਦੂਣ ਕਿਉਂ ਕਿਹਾ? ਦੂਣ ਜਾਂ ਵਾਦੀ ਕਹਿੰਦੇ ਨੇ ਭੂਗੋਲ ਵਿਗਿਆਨੀ, 2 ਪਹਾੜਾਂ ਦੇ ਵਿਚਕਾਰਲਾ ਜਿਹੜਾ ਇਲਾਕਾ ਹੈ, ਉਹ ਟੇਪਰ ਟਾਈਪ ਵੀ ਹੋ ਸਕਦਾ ਹੈ। ਆਮ ਤੌਰ 'ਤੇ ਇਸ ਤਰ੍ਹਾਂ ਹੁੰਦਾ ਹੈ ਵੀ 2 ਬਹੁਤ ਵੱਡੇ ਪਹਾੜ ਨੇ, ਔਰ ਜਿਹੜਾ ਵਿੱਚ ਇਲਾਕਾ ਹੈ ਉਹ ਫਿਰ ਥੋੜਾ ਥੋੜਾ ਇਦਾਂ ਕਰਕੇ ਥੱਲੇ ਵਿਚਕਾਰੋਂ ਜਾ ਕੇ ਨੀਵਾਂ ਵੀ ਹੋ ਜਾਂਦਾ ਹੈ, ਪੱਧਰ ਵੀ ਹੋ ਸਕਦਾ। ਉਹਨੂੰ ਦੂਣ ਵੀ ਕਹਿੰਦੇ ਨੇ, ਦੇਖੋ ਇਨਸਾਈਕਲੋਪੀਡੀਆ, ਉਹਨੂੰ ਵਾਦੀ ਵੀ ਕਹਿੰਦੇ ਨੇ। 2 ਪਹਾੜ, ਹੁਣ 2 ਪਹਾੜ ਕਿਹੜੇ ਨੇ? ਕਬੀਰ ਸਾਹਿਬ ਕਹਿੰਦੇ ਨੇ ਦੂਣ ਨਾ ਪਰਈ। ਉਹ ਦੂਣ ਵਿੱਚ ਨਹੀਂ ਪੈਂਦਾ। ਦੂਣ ਮੀਨਸ ਇੱਕ ਪਹਾੜ ਇੱਧਰ ਹੈ, ਇੱਕ ਇੱਧਰ ਹੈ, ਇੱਧਰ ਜਨਮ ਰੂਪੀ ਪਹਾੜ ਹੈ, ਇੱਧਰ ਮਰਨ ਰੂਪੀ ਪਹਾੜ ਹੈ।
ਉਹ ਫਿਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ। ਇੱਕ ਹੁੰਦੇ ਨੇ ਪਦ ਅਰਥ, ਇੱਕ ਹੁੰਦੇ ਨੇ ਸਰਲ ਅਰਥ, ਇੱਕ ਹੁੰਦੇ ਨੇ ਭਾਵ ਅਰਥ। ਕੱਲੇ ਪਦ ਅਰਥਾਂ ਦੇ ਚੱਕਰ 'ਚ ਪਵਾਂਗੇ ਫਿਰ ਉਹ ਉੱਥੇ ਨਹੀਂ ਪਹੁੰਚਿਆ ਜਾਂਦਾ। ਪਦ ਅਰਥ ਨੇ ਦੂਣ ਵਾਦੀ, ਦੋ ਪਹਾੜਾਂ ਦੇ ਵਿਚਲਾ ਜਗ੍ਹਾ, ਔਰ ਭਾਵ ਅਰਥ ਇਹ ਨੇ ਬਈ ਜਨਮ ਮਰਨ ਦੇ ਵਿਚਕਾਰ ਦਾ ਜਿਹੜਾ ਪੀਰੀਅਡ ਹੈ, ਆਵਾਗਾਉਣ ਦੇ ਵਿੱਚੋਂ ਫਿਰ ਉਹ ਨਿਕਲ ਜਾਂਦਾ। ਉਹ ਜਨਮ ਮਰਨ 'ਚ ਨਹੀਂ ਪੈਂਦਾ। ਦੂਣ ਨਾ ਪਰੇ, ਉਹ ਜਨਮ ਮਰਨ 'ਚ ਨਹੀਂ ਪੈਂਦਾ। ਕੌਣ? ਜਿਹਨੂੰ ਉਹਦਾ ਥੋੜੀ ਜੀ ਇੱਕ ਫਾੜੀ ਵੀ, ਪੂਰਾ ਸੰਤਰਾ ਨਹੀਂ, ਇੱਕ ਸੰਤਰੇ ਦੀ ਇੱਕ ਫਾੜੀ, ਅੱਧੀ ਫਾੜੀ, ਫਾੜੀ ਦਾ ਚੌਥਾ ਹਿੱਸਾ, ਥੋੜਾ ਜਿਹਾ ਵੀ ਝਲਕਾਰਾ ਮਿਲ ਗਿਆ, ਫਿਰ ਉਹਦਾ ਜੀਵਨ ਸਫਲ। ਦੂਣ ਨਾ ਪਰੇ ਫੰਕ ਵਿਚਾਰੈ, ਉਹ ਜਿਹੜਾ ਫੰਕ ਸੀ, ਉਹ ਜਿਹੜਾ ਥੋੜਾ ਜਿਹਾ ਹਿੱਸਾ ਦਿਸਿਆ ਸੀ, ਉਹਨੂੰ ਫਿਰ ਸੁਰਤ ਵਿੱਚ ਵਸਾ ਲਵੇ, ਉਸ ਰੱਬ ਨੂੰ ਹੀ ਸੁਰਤ 'ਚ ਵਸਾ ਲਵੇ, ਫਿਰ ਆਵਾਗਾਉਣ 'ਚ ਨਹੀਂ ਪੈਂਦਾ। ਫਿਰ ਕੀ ਹੁੰਦਾ ਸਾਧ ਸੰਗਤ? ਤਾਂ ਫਲ ਫੰਕ ਸਭੈ ਤਨ ਫਾਰੈ। ਤਾਂ ਫਲ ਫੰਕ, ਪਰਮਾਤਮਾ ਰੂਪੀ ਫਲ ਦਾ ਥੋੜਾ ਜਿਹਾ ਫੰਕ, ਥੋੜੀ ਜੀ ਫਾੜੀ, ਥੋੜਾ ਜਿਹਾ ਹਿੱਸਾ ਮਿਲ ਜਾਏ, ਸਭੈ ਤਨ ਫਾਰੈ, ਸਾਰੇ ਤਨ ਨੂੰ ਪਾੜ ਦਿੰਦਾ, ਸਾਰੇ ਤਨ ਚੋਂ ਐਬ ਕੱਢ ਦਿੰਦਾ, ਸਾਰੇ ਤਨ ਚੋਂ ਵਕਾਰ ਕੱਢ ਦਿੰਦਾ। ਸਭੈ ਤਨ ਫਾਰੇ ਦੇ ਇਹ ਅਰਥ ਨੇ। ਹੁਣ ਇਹਨੂੰ ਵੀ ਇਦਾਂ ਨਹੀਂ ਲੈਣਾ ਵੀ ਫਿਜ਼ੀਕਲੀ ਉਹ ਇਹਨੂੰ ਪਾੜ ਦਿੰਦਾ। ਸੈਂਸ ਇਹ ਹੈ ਵੀ ਇਹਦੇ ਵਿੱਚੋਂ ਕਰ ਹੁਕਮ, ਔਰ ਮਸਤਕ ਹੱਥ ਧਰ, ਔਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ, ਸ਼ਹਿ ਤੁੱਠੈ ਨੌ ਨਿਧ ਪਾਈਆਂ। ਤੋ ਇਹ ਫੱਫੇ ਅੱਖਰ ਤੋਂ ਉਪਦੇਸ਼ ਹੈ। ਬੱਬਾ ਬਿੰਦੈ ਬਿੰਦ ਮਿਲਾਵਾ, ਇਹਦੀ ਵਿਚਾਰ ਆਪਾਂ ਕੱਲ ਕਰਾਂਗੇ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਚੂँਕਿ ਸਮਾਂ ਗੁਰਮਤਿ ਵਿਚਾਰਾਂ ਲਈ ਜੋ ਨਿਯਤ ਕੀਤਾ ਗਿਆ ਸਮਾਪਤ ਹੈ, ਲਿਹਾਜ਼ਾ ਮੈਂ ਇੱਥੇ ਹੀ ਵਿਰਾਮ ਦੇਣ ਦੀ ਆਗਿਆ ਚਾਹਾਂਗਾ। ਭੁੱਲਾਂ ਗਲਤੀਆਂ ਵਾਸਤੇ ਖਿਮਾ ਦਾ ਜਾਚਕ ਹਾਂ। ਆਓ ਪਿਆਰ ਵਾਲਿਆਂ ਤੋਂ ਗੁਰਬਾਣੀ ਕੀਰਤਨ